ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਜਿਹੜੇ ਸਿਮਰਤ ਸ਼ਾਸਤਰਾਂ ਦੀ ਲੋਕ ਗੱਲ ਕਰਦੇ ਨੇ ਪੰਡਤ ਲੋਕ, ਹਾਂਜੀ ਕਹਿੰਦੇ ਬਹੁਤ ਸਾਰੇ ਸਿਮਰਤ ਬਹੁਤ ਸਾਰੇ ਸ਼ਾਸਤਰ ਅਸੀਂ ਪੂਰੇ ਖੋਜ ਕੇ ਦੇਖ ਲਏ। ਪੇਖੇ ਸਰਬ ਢੰਡੋਲ, ਪੇਖੇ ਐਵੇਂ ਦੀ ਗੱਲ ਲਾ ਨਾਲ ਪੇਖੇ, ਹਾਂਜੀ ਉਹ ਬਾਚੇ ਨੇ ਸਾਰੇ। ਠੀਕ ਹੈ ਜੀ। ਉਹ ਨਹੀਂ ਦੇਖੇ ਅੱਖਾਂ ਨਾਲ ਤਾਂ ਬੰਦ ਵੀ ਦੇਖ ਸਕਦੇ ਹਾਂ ਅਸੀਂ। ਉਹ ਖੋਲ ਕੇ ਸਮਝੇ ਨੇ ਪੜ੍ਹ ਕੇ, ਉਹ ਬਾਚੇ ਨੇ ਸਾਰੇ ਹੀ। ਇੱਕ ਵਾਚਣਾ ਹੁੰਦਾ ਢੋਲ ਖੋਜ ਬਥੇਰੀ ਕਰ ਲਈ ਉਹਨਾਂ ਚੋਂ। ਉਹ ਹਰ ਹਰ ਦੇ ਨਾਮ ਹੈ ਜਿਹੜਾ ਉਹਦੇ ਬਰਾਬਰ ਹਨ। ਹਰ ਦੇ ਨਾਮ ਦੇ ਮੁਕਾਬਲੇ ਚ ਨਹੀਂ ਹਨ ਉਹ, ਉਹਨਾਂ ਚ ਕੋਈ ਗੱਲ ਕੁਝ ਸੁਣਾਈ ਨਾ। ਹਰ ਹਰੇ ਨਾਨਕ ਨਾਮ ਅਮੋਲ, ਨਾਮ ਹੈ ਅਮੋਲ। ਉੱਥੇ ਵੀ ਉਹ ਬੰਦੇ ਦੇ ਨਾਮ ਅਮੋਲ ਹੈ। ਉਹਨਾਂ ਚ ਕੋਈ ਅਮੋਲ ਵਸਤੂ ਨਹੀਂ ਹੈ। ਸਿਮਰਤ ਸ਼ਾਸਤਰਾਂ ਚ, ਸਿਮਰਤ ਸ਼ਾਸਤਰਾਂ ਨੂੰ ਕੋਈ ਅਮੋਲ ਵਸਤੂ ਨਹੀਂ ਹੈ। ਅਮੋਲ ਵਸਤੂ ਦੀ ਕਦੇ ਗੱਲ ਨਹੀਂ ਕਰ ਰਹੇ ਹੋ। ਨਾਮ ਅਮੋਲ ਹੈ। ਨਾਮ ਦੀ ਉੱਥੇ ਵਿਆਖਿਆ ਹੀ ਨਹੀਂ, ਨਾਮ ਦੀ ਉੱਥੇ ਗੱਲੇ ਹੈ। ਜਿਹੜਾ ਨਾਮ ਉਹ ਦੱਸਦੇ ਨੇ ਉਹ ਗੁਰਮੁਖਾਂ ਵਾਲਾ ਨਾਮ ਨਹੀਂ। ਗੁਰਮੁਖਾਂ ਵਾਲੇ ਜਿਹੜਾ ਨਾਮ ਹੈ ਉਹਦੀ ਗੱਲ ਅਮੋਲ ਹੈ। ਗੁਰਮੁਖਾਂ ਵਾਲੇ ਜਿਹੜੇ ਨਾਮ ਨੇ ਉਹਨਾਂ ਦੀ ਗੱਲ ਅਮੋਲ ਨਹੀਂ ਹੈ। ਨਾ ਅਮੋਲ ਨਾਮ ਨੇ, ਨਾ ਉਹਨਾਂ ਦੀ ਗੱਲ ਤੇ ਜਾਨ ਹੈ। ਹਾਂਜੀ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਫਟ ਸ਼ਾਸਤਰ ਸਿਮਰਤ ਬਖਿਆਨ। ਉੱਥੇ ਉਹਨਾਂ ਸ਼ਾਸਤਰਾਂ ਚ ਕੀ ਹੈ? ਹੁਣ ਖੁਲਾਸਾ ਹੋ ਰਿਹਾ। ਜਾਪ ਤਰ੍ਹਾਂ ਤਰ੍ਹਾਂ ਦੇ ਜਾਪ ਲਿਖੇ ਹੋਏ ਨੇ। ਅਸੰਖ ਜਾਪ ਨੇ ਉਹਨਾਂ ਚ ਲਿਖੇ। ਅਸੰਖ ਤਪ ਨੇ, ਤਰ੍ਹਾਂ ਤਰ੍ਹਾਂ ਦੇ ਤਪ ਨੇ ਲਿਖੇ ਹੋਏ। ਜਾਪ ਤਾਪ ਗਿਆਨ, ਤਰ੍ਹਾਂ ਤਰ੍ਹਾਂ ਦੇ ਗਿਆਨ ਨੇ ਉਹਦੇ ਚ। ਬਹੁਤ ਧਿਆਨ, ਧਿਆਨ ਵੀ ਇੱਕ ਨਹੀਂ ਹੈ, ਧਿਆਨ ਵੀ ਤਰ੍ਹਾਂ ਤਰ੍ਹਾਂ ਨਾਲ ਹੈ। ਇੱਕ ਤੇ ਖੜੇ ਹੀ ਨਹੀਂ ਹਨ, ਇੱਕ ਦੀ ਗੱਲ ਹੀ ਨਹੀਂ ਹੈ। ਇੱਕ ਮਨ ਇੱਕ ਚਿੱਤ ਹੋਣ ਦੀ ਗੱਲ ਹੀ ਨਹੀਂ। ਜਾਪ ਤਾਪ ਗਿਆਨ ਬਹੁਤ ਧਿਆਨ ਖਟ ਸ਼ਾਸਤਰ, 6 ਸ਼ਾਸਤਰਾਂ ਚ ਇਹੀ ਕੁਛ ਹੈ। ਇਹ ਸਿਮਰਤੀਆਂ ਵਿੱਚ ਸਾਰੀਆਂ ਚ ਇਹੀ ਵਿਖਿਆਨ। ਜਾਪ ਤਾਪ ਦਾ ਹੀ ਧਿਆਨ, ਉਹਨੂੰ ਪਾਪ ਦਾ ਵਿਸਤਾਰ ਹੈ। ਉੱਥੇ ਨਾਮਦਾਰੀ ਹੈ, ਨਾਮ ਉੱਥੇ ਹੈ ਹੀ ਨਹੀਂ। ਹਾਂਜੀ। ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ। ਜਾਂ ਫਿਰ ਉੱਥੇ ਜੋਗ ਬਾਰੇ ਬਹੁਤ ਕੁਝ ਲਿਖਿਆ। ਜੋਗ ਅਭਿਆਸ ਬਾਰੇ ਬਹੁਤ ਕੁਝ ਹੈ। ਜੋਗ ਨਾਲ ਅਭਿਆਸ ਲਫ਼ਜ਼ ਲੱਗਿਆ ਹੋਇਆ, ਨਾਮ ਨਾਲ ਅਭਿਆਸ ਗੁਰਬਾਣੀ ਕਿਤੇ ਨਹੀਂ ਲੱਗ ਸਕਦਾ। ਨਾਮ ਅਭਿਆਸ ਕਹਿਣ ਲੱਗੇ, ਉਹ ਨਾਮ ਨਾਲ ਅਭਿਆਸ ਸ਼ਬਦ ਜੁੜੇ ਨਹੀਂ ਸਕਦਾ। ਅਭਿਆਸ ਉੱਥੇ ਆ ਜਿੱਥੇ ਸਰੀਰ ਇਨਵੋਲਵ ਹੈ। ਠੀਕ ਹੈ। ਸਰੀਰ ਵਿੱਚ ਅਭਿਆਸ ਨਹੀਂ ਹੁੰਦਾ ਕਦੇ ਵੀ। ਅਭਿਆਸ ਕੋਈ ਕਰਨਾ ਹੋਵੇ ਸਰੀਰ ਦੀ ਦੇਹ ਦੀ ਲੋੜ ਹੈ। ਨਾਮ ਜਪਣ ਵਾਸਤੇ ਬੁੱਧੀ ਦੀ ਲੋੜ ਹੈ, ਸਿਰਫ ਥੋੜਾ ਜਿਹਾ ਦਿਮਾਗ ਦੀ ਲੋੜ ਹੈ। ਬੁੱਧੀ ਦਿਮਾਗ ਇੱਕ ਹੈ ਨਹੀਂ ਜੀ? ਨਹੀਂ, ਦਿਮਾਗ ਦੇ ਰਾਹੀਂ ਬੁੱਧੀ ਸੋਚਦੀ ਹੈ, ਦਿਮਾਗ ਦੇ ਰਾਹੀਂ ਬੁੱਧੀ ਸਮਝਦੀ। ਬੁੱਧੀ ਵਿੱਚ ਕੁਝ ਪੈਂਦਾ, ਦਿਮਾਗ ਦੇ ਰਾਹੀਂ ਪੈਂਦਾ। ਐਂ ਕਹਿ ਲਓ ਦਿਮਾਗ ਦਾ ਮੂੰਹ ਹੈ ਬੁੱਧੀ। ਦਿਮਾਗ ਬੁੱਧੀ ਦਾ ਮੂੰਹ ਹੈ। ਜਾਂ ਕੰਨ ਮੂੰਹ ਨੇ, ਕੰਨਾਂ ਤੇ ਕੋਈ ਜੇ ਗੱਲ ਪੈਂਦੀ ਹੈ ਦਿਮਾਗ ਤੇ ਸਮਝ ਕੇ ਅੰਦਰ ਜਾਂਦੀ। ਸੁਣੀ ਹੋਈ ਗੱਲ ਕੰਨਾਂ ਤੇ ਦਿਮਾਗ ਵਿੱਚ ਜਾਂਦੀ ਹੈ।
ਦਿਮਾਗ ਮਨ ਨੇ ਐਕਸੈਪਟ ਕਰਨੀ ਹੈ, ਅੰਦਰ ਪਾਉਣੀ ਹੈ, ਨਹੀਂ ਪਾਉਣੀ ਉਹਦੀ ਮਰਜ਼ੀ ਹੈ। ਚਾਹੇ ਉਹ ਮੰਨ ਜਾਏ, ਇਹਦੇ ਕੰਨ ਸੁੱਟ ਕੇ ਦੂਏ ਕੰਨ ਬਾਹਰ ਕੱਢ ਦੇਵੇ। ਯੋਗ ਅਭਿਆਸ ਕਰਮ ਧਰਮ ਕਿਰਿਆ ਦੀ ਗੱਲਬਾਤ ਹੈ ਉਹਦੇ ਚ ਵਿਸਥਾਰ ਸ਼ਾਸਤਰਾਂ ਚ। ਕਰਮ ਧਰਮ ਨੇ ਕਿਹਾ ਹੈ, ਕਿਰਿਆ ਕਰਮ ਕਾਂਡ ਬਹੁਤ ਨੇ। ਸਗਲ ਤਿਆਗ ਬਨ ਮੱਧੇ ਫਿਰਿਆ, ਸਭ ਕੁਝ ਤਿਆਗ ਕੇ ਬਣ ਚ ਜਾਣ ਦੀਆਂ ਗੱਲਾਂ ਵੀ ਕੀਤੀਆਂ ਹੋਈਆਂ ਨੇ। ਇਹ ਵੀ ਸਭ ਸ਼ਾਸਤਰਾਂ ਚ ਕੀਤੀਆਂ ਹੋਈਆਂ ਨੇ। ਹਾਂਜੀ। अनेक प्रकार किए बहु जतना, पुण्य दान होमे बहु रत्ना। अनेक प्रकार के जतनों की गल है उत्थे, वो असीं भी करके देखे ने। होम जग्गां की गल है, अनेक प्रकार नाल होम कर रहे ने, जग कर रहे ने, बहुत रतन पाए जाते ने विच होम वास्ते। रतन जिवें देसी घ्यो, केसर, कस्तूरी, बहुत चीजा ने समग्री, चंदन, ये रतन अग दे विच पा के साड़े जाते। औदी घूमे बहुत रतना, या फिर होर की है? शरीर कटा होमे कर राती। शरीर कटाए, शरीर नूं कटाउंदे ने, थोड़ा करके वड्डी जाते हैं। होमे कर राती, होमे दे रंग च रंगे हुए ने, ये कुछ करते ने सारे होमे दे रंग च रंगे। होमे कर राती, वर्त नेम करे बहु भांति। नेम नाल वर्त करते ने, विधि अनुसार वर्त करते ने, बहुत भांत नाल, बहुत प्रकार नाल। वर्त नेम करे बहु भांति। हाँ जी। नहीं तुल राम नाम विचार। ये सब कुछ भी राम नाम की विचार के बराबर नहीं। राम नाम की जी विचार करनी है ना, गुरबाणी विचार के बराबर ने, सारा कुछ है नहीं, कुछ भी नहीं है ना जो राम नाम के बराबर। ये जी गुरबाणी विचार करनी है, असीं गुरबाणी के बराबर, बहुत थले दी गल्लां ने। तो ठीक है जी। वर्त तो अखर की है भी जे आपां खांदे नहीं कुछ, वो वर्त हुंदा। हाँ, ये वर्त करते हैं ना भी कास्ती का वर्त करना ही करना है, अच्छा। फलाना वर्त करना ही करना है, नहीं बना। हाँ हाँ, ठीक है। हाँ ठीक है। नानक गुरमुखी नाम जपिए एक बार। नानक जाने, नानक कहना गुरमुखी नाम है जो एक बार जप लईदा हुंदा, एक बार जान लईदा। गुरमुखी जान है, एक बार जान लेना। ये बार बार जो जपते ने ना, एक लैके रटन योग, ये नहीं है नाम। जी चीज समझना, एक बार समझ लिया, जिंदगी वास्ते समझे हुए। तन विच मन की है, आत्मा की है, इनू समझ लिया एक बार, बस समझ लिया, एक बार जप लिया। ठीक है। आत्मा नू जान लेना, समझ लेना, गुरमुखी नाम। आत्म ज्ञान ले लेना, आत्मा नू जान लेना, यही नाम जपना। एक जान लिया, फिर जपन की लोड़ नहीं रहती। नानक गुरमुखी नाम जपिया एक बार। गुरमुखी नाम तो एको बार जपीदा। ठीक है जी। सिमरना बार बार। ठीक है। साथ साथ सिमरो गो। नौ खंड पृथ्वी फिरै चिर जीवै, महा उदास तपीसर थीवै। सारी पृथ्वी नौ खंड मने ने इन्होंने। अच्छा। नौ खंड पृथ्वी फिरे चिर जीवै, नौ खंड पृथ्वी के विच चाहे फिरदा रहे, घूमदा रहे, कोई रोके ना। लंबी उम्र वाला होवे, महा उदासी होवे, तपीसर होवे, सारे लोग मनदे होण, सारी धरती के लोग मनदे होण। हाँ, तपीसर थी वै।
ਅਗਨ ਹਾਂਜੀ ਅਗਨ ਮਾਹੇ ਹੋਮਤ ਪ੍ਰਾਣ ਕਨਕ ਅਸੋ ਹੈਵਰ ਭੂਮਦਾਨ। ਅੱਗ ਦੇ ਵਿੱਚ ਆਪਣੇ ਜਿਹੜੇ ਨੇ ਥੋੜਾ ਥੋੜਾ ਕਰਕੇ ਸਰੀਰ ਨੂੰ ਸਾੜ ਕੇ ਸਾਰੇ ਪ੍ਰਾਣ ਦੇ ਦੇਵੇ, ਅੱਗ ਦੇ ਵਿੱਚ ਬੈਠ ਕੇ ਪ੍ਰਾਣ ਦੇ ਦੇਵੇ। ਅੱਗ ਦੇ ਵਿੱਚ ਬੈਠ ਕੇ ਵੀ ਲੋਕ ਪ੍ਰਾਣ ਦੇ ਦਿੰਦੇ, ਸੜ ਜਾਂਦੇ। ਅਗਨ ਮਾਹੇ ਹੋਮਤ ਪ੍ਰਾਣ, ਪ੍ਰਾਣਾਂ ਦੀ ਉਹਦੀ ਉਹ ਦੇ ਦੇਵੇ। ਠੀਕ ਹੈ ਜੀ। ਕਨਕ ਕਣਕ ਆਸ ਭੂਮਦਾਨ। ਹਾਂਜੀ। ਸੋਨਾ ਘੋੜੇ ਉਬੀ ਦਾਨ ਕਰੇ, ਹੂੰ ਹਾਥੀ ਦਾਨ ਕਰੇ। ਹਾਂ ਹਾਥੀ ਸੋਨਾ ਤੇ ਦਾਨ ਕਰੇ, ਵੱਡੇ ਵੱਡੇ ਦਾਨ ਲੈ ਗਏ ਨੇ। ਹਾਂਜੀ। ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ। ਨਿਉਲੀ ਕਰਮ ਕਰੇ ਜਿੰਨੇ ਮਰਜੀ ਨਿਉਲੀ ਕਰਮ ਨੇ, ਅੰਦਰ ਦੀ ਸਫਾਈ ਕਰਦੇ ਨੇ। ਉਹ ਕਰ ਲਵੇ, ਬਹੁਤ ਸਾਰੇ ਆਸਣ ਲਾਉਂਦਾ ਹੋਵੇ ਜੋਗੀਆਂ ਦੇ, 84 ਆਸਣ ਨੇ, ਆਸਣ ਲਾਉਂਦਾ ਜਾਣਦਾ ਹੋਵੇ, ਉਹ ਆਸਣ ਜੈਨ ਮਾਰਗੀ ਹੋਵੇ ਚਾਹੇ ਸੰਜਮੀ ਹੋਵੇ। ਅੱਤ ਦੇ ਸਾਧਨ ਮਤਲਬ ਸਾਧਨਾ ਕਰਦਾ ਹੋਵੇ, ਅੱਤ ਦੀ ਸਰੀਰਕ ਸਾਧਨ। ਠੀਕ ਹੈ। ਇਹ ਸਾਰੀ ਸਰੀਰਕ ਸਾਧਨ ਮਾਇਆ ਦੀ ਸਾਧਨ ਹੈ। ਸਾਧਨਾ ਨਹੀਂ ਹੈ ਮਨ ਦੀ ਸਾਧਨਾ। ਗੁਰਬਾਣੀ ਮਨ ਦੀ ਸਾਧਨਾ ਦੀ ਗੱਲ ਕਰਦੀ ਹੈ, ਸਰੀਰ ਦੀ ਗੱਲ ਨਹੀਂ ਕਰਦੀ। ਠੀਕ ਹੈ। ਹਾਂ, ਇਹ ਸਾਰੇ ਸਰੀਰ ਨਾਲ ਜੁੜੇ ਹੋਏ ਨੇ, ਸਾਰੇ ਧਰਮ ਸਰੀਰ ਨਾਲ ਜੁੜੇ। ਠੀਕ ਹੈ ਜੀ। ਸਾਰੇ ਧਰਮ ਮਾਇਆ ਨਾਲ ਜੁੜੇ। ਹਾਂਜੀ। ਨਿਮਕ ਨਿਮਕ ਸਰੀਰ ਕਟਾਵੇ ਤੋਂ ਵੀ ਹਉਮੈ ਮੈਲ ਨਾ ਜਾਵੇ। ਥੋੜਾ ਥੋੜਾ ਕਰਕੇ ਸਰੀਰ ਵੱਢ ਦੇਵੇ ਆਪਣਾ ਆਪ ਹੀ, ਜਾਂ ਕਿਸੇ ਤੋਂ ਪੜਵਾ ਲਵੇ, ਤਾਂ ਵੀ ਹਉਮੈ ਦੀ ਮੈਲ ਨਹੀਂ ਜਾ ਸਕਦੀ। ਹਉਮੈ ਵੱਧ ਤਾਂ ਸਕਦੀ ਹੈ, ਘੱਟ ਨਹੀਂ ਸਕਦੀ ਇਹਨਾਂ ਕੰਮਾਂ ਨੂੰ। ਹਉਮੈ ਦੀ ਮੈਲ ਮਰੋੜ ਨਹੀਂ ਜਾ ਸਕਦੀ। ਹਉਮੈ ਦੀ ਮੈਲ ਤਾਂ ਨਾਮ ਨਾਲ ਜਾ ਸਕਦੀ ਹੈ। ਹਾਂਜੀ। ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖੀ ਨਾਮ ਜਪਤ ਗਤ ਪਾਹੀ। ਇਸ ਕਰਕੇ ਜਿੱਥੇ ਹੰਕਾਰ ਹੈ ਹਉਮੈ, ਹਰ ਕੇ ਨਾਮ ਦੇ ਬਰਾਬਰ ਹੋਰ ਕੋਈ ਦਵਾਈ ਨਹੀਂ ਹੈ ਜੀ। ਸੰਸਰ ਕੁਛ ਨਹੀਂ। ਜੇ ਹਉਮੈ ਦਾ ਇਲਾਜ ਕਰਨਾ ਹੈ ਤਾਂ ਨਾਮ ਤੇ ਬਿਨਾਂ ਹੋਰ ਕੋਈ ਦਾਰੂ ਨਹੀਂ ਹੈ, ਕੋਈ ਦਾਰੂ ਨਹੀਂ ਹੋਵੇਗੀ। ਸੰਸਰ ਕਛ ਨਾਹੀ। ਹਾਂ, ਹਰ ਕੇ ਨਾਮ ਦੇ ਬਰਾਬਰ ਕੁਛ ਨਹੀਂ ਹੈ। ਨਾਨਕ ਨਾਮ ਜਪਤ ਗਤ ਪਾਹੀ। ਇਸ ਕੇ ਨਾਨਕ ਕਹਿੰਦਾ ਗੁਰਮੁਖਾਂ ਨੇ ਨਾਮ ਜਪ ਕੇ ਹੀ ਗਤ ਪਾਈ ਹੈ। ਅੱਗੇ ਤੁਰੇ ਨੇ, ਜਿੱਥੇ ਲੋਕ ਦੁਨੀਆ ਖੜੀ ਹੈ ਨਾ ਕਰਮ ਕਾਂਡ ਚ ਫਸੀ ਹੋਈ, ਗੁਰਮੁਖੇ ਤੋਂ ਅੱਗੇ ਚਲੇ ਗਏ। ਗੁਰਮੁਖਾਂ ਨੇ ਗੱਲ ਸਮਝ ਲਈ ਕਿੱਥੇ ਅੜੀ ਹੋਈ ਹੈ ਦੁਨੀਆ, ਕਿਉਂ ਨਹੀਂ ਸਮਝ ਆ ਰਹੀ। ਉਹ ਸਾਰੇ ਕਾਰਨ ਗੁਰਮੁਖਾਂ ਨੇ ਲੱਭ ਕੇ ਉਹਨਾਂ ਨੇ ਉਹ ਗਤ ਪਾ ਲਿਆ। ਆਪਣੇ ਮੂਲ ਨਾਲ ਜੁੜ ਕੇ ਬਾਹਰ ਲੱਭਦੇ ਸੀ, ਬਾਹਰ ਟੋਲਦੇ ਨੇ, ਉਧਰੋਂ ਟੋਲਣ ਲੱਗ ਗਏ। ਅੰਦਰ ਟੋਲਦੇ ਨੂੰ ਲੱਭਣ ਲੱਗ ਗਿਆ। ਲੱਭਦੇ ਸਭ ਕੁਝ ਲੱਭ ਗਿਆ। ਸਭ ਕੁਝ ਘਰ ਮੈਂ ਫਿਰ ਬਾਹਰ ਨੂੰ ਸਭ ਕੁਝ ਲੱਭ ਗਿਆ ਤੇ ਅੰਦਰੋਂ ਹੀ ਫਿਰ ਕਹਿੰਦਾ ਸਭ ਕੁਝ ਘਰ ਮੈਂ ਬਾਹਰ ਨਹੀਂ। ਬਾਹਰ ਟੋਲਣ ਸੇ ਪਰ ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨ ਮਨ ਤੇ ਹੁਟੈ। ਮਨ ਦੇ ਵਿੱਚ ਕਾਮਨਾ ਇੱਛਾ ਹੈ, ਇਹ ਤੀਰਥ ਤੇ ਮੇਰਾ ਸਰੀਰ ਛੁਟੇ। ਸਰੀਰ ਦੇ ਉੱਤੇ ਜਦੋਂ ਮੇਰੇ ਸਰੀਰ ਦਾ ਅੰਤ ਹੋ ਗਿਆ ਤਾਂ ਮੈਂ ਤੀਰਥ ਤੇ ਹੋ। ਅੱਛਾ ਜੀ। ਉਹ ਸਾਰੇ ਲੋਕ ਤੀਰਥ ਤੇ ਜਾ ਕੇ ਰਹਿਣ ਲੱਗ ਜਾਂਦੇ ਨੇ, ਉਹਦੇ ਮਨ ਦੇ ਵਿੱਚ ਇੱਛਾ ਹੁੰਦੀ ਹੈ। ਉਦੋਂ ਉਹਨਾਂ ਨੇ ਤੀਰਥ ਦੇ ਛੁੱਟਣ ਨਾਲ ਮੁਕਤੀ ਹੋ ਜਾਂਦੀ ਹੈ। ਠੀਕ ਹੈ ਜੀ। ਉਹ ਮਨ ਤੇ ਗੱਲ ਨਹੀਂ ਬਣਦੀ। ਠੀਕ ਹੈ। ਗਰਭ ਗੁਮਾਨ ਨਾ ਮਨ ਤੇ ਹੁਟੈ। ਪਰ ਜਿਹੜਾ ਗਰਭ ਗੁਮਾਨ ਹੈ ਇਹ ਮਨ ਤੋਂ ਪਰੇ ਦੂਰ ਨਹੀਂ ਹੁੰਦਾ। ਠੀਕ ਹੈ ਜੀ। ਜੇ ਹੰਕਾਰ ਨਹੀਂ ਅਲੱਗ ਹੁੰਦਾ, ਗਰਭ ਮਨ ਤੇ ਪਰੇ ਨਹੀਂ ਹੁੰਦਾ, ਤੀਰਥ ਤੇ ਸਰੀਰ ਛੱਡਣ ਨਾਲ ਦੇਹ ਛੁੱਟਣ ਨਾਲ ਕੀ ਫਰਕ ਪੈ ਜੀ। ਠੀਕ ਹੈ ਜੀ।
ਜੇ ਭਗਵਾਨ ਮਨ ਤੋਂ ਹਟ ਜਵੇ ਇਹ ਕਿਤੇ ਵੀ ਛੱਡਦੀ ਹੈ, ਮੁਕਤੀ ਉਹ ਮੁਕਤੀ ਹੈ। ਠੀਕ ਹੈ ਜੀ। ਇਹ ਉਹਨਾਂ ਨੂੰ ਭੁਲੇਖਾ ਸੀਗਾ, ਪ੍ਰਚਾਰ ਕੀਤਾ ਹੋਇਆ ਸੀਗਾ ਤੀਰਥ ਵਾਲਿਆਂ ਦਾ। ਬੜੇ ਬੜੇ ਅਮੀਰ ਉੱਥੇ ਜਾ ਕੇ ਰਹਿੰਦੇ ਤੇ ਉਹਨਾਂ ਨੂੰ ਦੀ ਦੁਕਾਨ ਚੱਲੀ, ਕਾਰਕੁਨ ਕਰਦੇ ਤੇ ਉਹ ਇਹ ਕਹਿੰਦੇ ਸੀ ਵੀ ਇੱਥੇ ਤੀਰਥ ਦੇ ਛੁੱਟਣ ਨਾਲ ਮੁਕਤੀ ਮਿਲ ਜਾਂਦੀ। ਠੀਕ ਹੈ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨ ਤੰਤੇ ਜਾਤ। ਸੋਚ ਕਰਦਾ ਦਿਨ ਰਾਤ ਚਿੰਤਾ ਰਹਿੰਦੀ ਹੈ। ਇਹ ਸੋਚ ਨੂੰ ਸੋਚ ਅਰਥ ਕਰ ਲਿਆ ਇਹਨਾਂ ਕੋਲੋਂ ਹੀ, ਸੋਚ ਹੁੰਦਾ ਕਨਾਉੜੇ ਨਾਲ। ਅੱਛਾ ਜੀ। ਹੋੜਾ ਵਰਤਿਆ ਸੋਚ ਹੈ। ਉੱਥੇ ਵੀ ਸੋਚਿਆ, ਸੋਚਣਾ ਹੋਵੇ ਤਾਂ ਇਹਨਾਂ ਨੇ ਜਪਜੀ ਸਾਹਿਬ ਚ ਸੋਚ ਕਰ ਲਿਆ। ਠੀਕ ਹੈ। ਹਾਂਜੀ। ਇੱਥੇ ਤਨ ਦਾ ਮਤਲਬ ਹੈ ਹਿਰਦਾ। ਤਨ ਮਨ ਇਕੱਠਾ ਹੋਣਾ, ਬਹੁਤ ਵਾਰ ਹੋਣਾ। ਠੀਕ ਹੈ। ਹਾਂਜੀ। ਹਾਂਜੀ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨ ਤੰਤੇ ਜਾਤ। ਮੇਰਾ ਮਨ ਜਿਹੜਾ ਹੈਗਾ ਸਾਫ਼ ਹੋ ਜਾਵੇ, ਮਨ ਦੇ ਵਿੱਚੋਂ ਬਕਾਰ ਛੁੱਟ ਗਿਆ, ਮਨ ਚੋਂ ਹੰਕਾਰ ਛੁੱਟ ਜਾਵੇ। ਹੰਕਾਰ ਦਾ ਤਾਂ ਖੈਰ ਕਿਸੇ ਨੂੰ ਪਤਾ ਨਹੀਂ ਲੱਗਦਾ। ਅੱਛਾ ਜੀ। ਉਹ ਦੂਰ ਹੋ ਜਾਵੇ, ਮੇਰਾ ਲੋਭ ਦੂਰ ਹੋ ਜਾਵੇ, ਮੇਰੇ ਹੰਕਾਰ ਦੂਰ ਹੋ ਜਾਣ। ਇਹ ਚਿੰਤਾ ਦੇ ਵਿੱਚ ਲੋਕ ਪਾਠ ਕਰਦੇ ਨੇ, ਚਿੰਤਾ ਜੇ ਧਰਮ ਧਾਰਨ ਕਰਦੇ ਨੇ, ਚਿੰਤਾ ਜੇ ਤੜਕੇ ਤੇ ਉੱਠ ਕੇ ਅਗਲੇ ਅੰਮ੍ਰਿਤ ਵੇਲਾ ਸਾਂਭਦੇ ਨੇ। ਇਹ ਕਾਹਦੇ ਸਾਂਭਦੇ ਨੇ? ਜਿਹੜੇ ਕਹਿੰਦੇ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ, ਕਾਹਦੇ ਵਾਸਤੇ ਕਰੋ? ਚਿੰਤਾ ਉਹਨਾਂ ਨੂੰ, ਜੇ ਚਿੰਤਾ ਨਾ ਹੋਵੇ ਕਿਉਂ ਗੱਲ? ਠੀਕ ਹੈ ਜੀ। ਹੋਰ ਕੰਮ ਨਾ ਕੋਈ ਗੱਲ। ਚਲੋ ਜਿਹੜਾ ਕੰਮ ਆਪਾਂ ਚਾਰੇ ਲੱਗ ਜਾਂਦੇ ਉਹਦੀ ਥਾਂ ਲੱਗਦੇ। ਤੜਕੇ ਉੱਠਣਾ ਵੀ ਚਿੰਤਾ, ਭਾਵੇਂ ਚਿੰਤਾ ਦਿਨ ਰਾਤ ਲੱਗੀ ਹੋਈ ਵੀ ਜਿਹੜੀ ਮੈਲ ਦੂਰ ਹੋ ਜਾਵੇ, ਅੰਦਰ ਸਾਫ਼ ਹੋਵੇ, ਅੰਦਰ ਨਿਰਮਲ ਹੋ ਜਾਵੇ, ਪਰ ਮਨ ਦੇ ਵਿੱਚੋਂ ਪਰ ਮੈਲ ਦੂਰ ਨਹੀਂ ਹੋ ਰਹੀ। ਹਿਰਦੇ ਚੋਂ ਮੈਲ ਨਹੀਂ ਦੂਰ ਹੋ ਰਹੀ। ਚਿੰਤਾ ਦੇ ਬਾਵਜੂਦ ਵੀ ਕਰਮ ਜਿਹੜੇ ਕਰਦਾ, ਜਿਹੜਾ ਧਰਮ ਧਾਰਨ ਕਰ ਰਿਹਾ ਹੈ, ਜਿਵੇਂ ਤੀਰਥ ਦੇ ਉੱਤੇ ਦੇ ਛੋੜੀ ਵੇ, ਇਹਦੇ ਨਾਲ ਮਨ ਚੋਂ ਮੈਲ ਕੇ ਵਿੱਚ ਜਾਊ। ਪਰ ਘਰ ਬਾਰ ਛੱਡ ਕੇ ਤੀਰਥ ਤੇ ਤਾਂ ਹੀ ਰਹਿੰਦਾ, ਚਿੰਤਾ ਇਹ ਮੈਲ ਦੂਰ ਹੋ ਜਾਵੇ। ਘਰ ਬਾਰ ਛੱਡ ਕੇ, ਨਿਆਣੇ ਛੱਡ ਕੇ, ਸਭ ਕੁਝ ਛੱਡ ਕੇ ਤੀਰਥ ਤੇ ਬੈਠਾ ਇਕੱਲਾ ਬਜ਼ੁਰਗੀ ਦੇ ਵਿੱਚ। ਠੀਕ ਹੈ ਜੀ। ਛੱਡ ਹੁੰਦਾ ਇਹ ਮਨ ਨੂੰ ਸ਼ਾਂਤੀ ਵਾਸਤੇ ਹੀ ਬੈਠਾ, ਪਰ ਮੈਲ ਦੂਰ ਹੋਵੇ ਤਾਂ ਸ਼ਾਂਤੀ ਮਿਲੇ। ਏਦਾਂ ਨਹੀਂ ਹੋ ਸਕਦੀ। ਦਿਨ ਔਰ ਰਾਤ ਜਿਹੜੇ ਕਹੀਏ ਹੈਰਾਨ ਕਰਦਾ, ਦਿਨ ਔਰ ਰਾਤ ਹੈਰਾਨ, ਦਿਨ ਰਾਤ ਕੋਈ ਵੀ ਨਹੀਂ ਕਰਦਾ। ਡੂਆ ਵੀ ਨਾ ਜ਼ਿਆਦਾ ਹੈਰਾਨ ਕਰਦਾ, ਕੌਣ ਕਰਦਾ ਦਿਨ ਰਾਤ ਹੈਰਾਨ? ਠੀਕ ਹੈ। ਸੋਚ ਤਾਂ ਦਿਨ ਰਾਤ ਅਸੀਂ ਕਰ ਸਕਦੇ ਹਾਂ, ਚਿੰਤਾ ਦਾ ਦਿਨ ਰਾਤ ਕਰ ਸਕਦੇ ਹਾਂ, ਨਾ ਨਹੀਂ ਦਿਨ ਲਾ ਸਕਦੇ। ਠੀਕ ਹੈ। ਹਾਂ, ਇਹ ਸੋਚ ਇਹ ਲਫ਼ਜ਼ ਹੈ, ਸੋਚਣ ਵਾਲੇ ਹੈ। ਸਹੀ ਸਾਰੀ ਚੱਲ ਹੈ। ਸੋਚ ਆਉਂਦਾ ਹੀ ਨਹੀਂ ਬਾਣੀ, ਸੋਚ ਤਾਂ ਹੈ ਹੀ ਨਹੀਂ। ਕੋਈ ਹੋਰ ਅੱਖਰ ਵਰਤੇ ਆ ਸੋਚ ਵਾਸਤੇ? ਉਹ ਤਾਂ ਲਫ਼ਜ਼ ਨਹੀਂ ਆਇਆ ਹੋਇਆ ਗੁਰਬਾਣੀ ਕਿਤੇ। ਹਾਂਜੀ। ਸੋਚ ਵਾਸਤੇ ਇਸ਼ਨਾਨ ਵਰਤਿਆ ਹੋਇਆ। ਠੀਕ ਹੈ ਜੀ। ਇਸ਼ਨਾਨ ਵੀ, ਮੱਝਣ ਵੀ ਹੈ, ਨਹਾਉਣਾ ਵੀ ਹੈ। ਹਾਂਜੀ। ਠੀਕ ਹੈ ਜੀ। ਪਾਕ ਆਇਆ ਹੋਇਆ, ਪਾਕ ਪਵਿੱਤਰ, ਪਾਕ ਆਇਆ ਹੋਇਆ। ਠੀਕ ਹੈ। ਹਾਂਜੀ। ਇਸ ਇਹੀ ਕੋ ਬਹੁਤ ਸਾਧਨਾ ਕਰੈ, ਮਨ ਤੇ ਕਬੂ ਨਾ ਵਿਖਿਆ ਟਰੈ। ਆ ਦੇਖ ਵਿਖਿਆ ਮਨ ਤੇ, ਦੇਹੀ ਦੀ ਸਾਧਨਾ ਤਾਂ ਬਹੁਤ ਕਰਦਾ ਹੈ। ਸਾਧਨਾ ਕਿਉਂ ਕਰਦਾ? ਦੇਹੀ ਦੀ ਕਰਦਾ, ਮਨ ਦੀ ਕਰਦਾ। ਸਾਧਨਾ ਮਨ ਦੀ ਸਾਧਦਾ, ਦੇਹੀ ਨੂੰ ਸਾਧਦਾ। ਠੀਕ ਹੈ। ਸਾਧਨਾ ਕਰੇ, ਇਸ ਕਰਕੇ ਮਨ ਦੇ ਤੋਂ ਆਇਆ ਦਾ ਬਹੁਤ ਡਰਦਾ ਨਹੀਂ। ਆਇਆ ਦੀ ਭੁੱਖ ਮਨ ਤੋਂ ਜਾ ਨਹੀਂ ਰਹੀ। ਮਨ ਤੇ ਕਹੂ ਨਾ ਵਿਖਿਆ ਕਰੇ। ਵਿਖਿਆ ਦਾ ਕਿਸੇ ਘੜੀ ਵੀ ਮਨ ਤੋਂ ਲੱਗਦੀ ਹੈ, ਮਾਇਆ ਦੀ ਭੁੱਖ ਤਾਂ ਕਿਸੇ ਘੜੀ ਵੀ ਨਹੀਂ ਜਾਂਦੀ। ਫਿਰ ਪਵਿੱਤਰ ਕਿਵੇਂ ਹੋਵੇ? ਸੋਚ ਵੀ ਕਰਦਾ, ਮਾਇਆ ਦਾ ਤਿਆਗ ਵੀ ਨਹੀਂ ਕਰਦਾ, ਲੋਭ ਦਾ ਤਿਆਗ ਵੀ ਨਹੀਂ ਕਰਦਾ,
ਉਹਦਾ ਤਿਆਗ ਵੀ ਨਹੀਂ ਕਰਦਾ। ਹਾਂਜੀ ਹਾਂਜੀ। ਜਲ ਧੋਵੈ ਬਹੁਤ ਦੇਹ ਅਨੀਤ, ਸ਼ੁੱਧ ਕਹਾਂ ਹੋਏ ਕਾਚੀ ਭੀਤ। ਆ ਦੇਖੋ, ਆ ਜਲ ਤੋਂ ਹੋਵੇ ਤਾਂ ਆ ਗਿਆ। ਜੇ ਉੱਥੇ ਇਸ਼ਨਾਨ ਹੁੰਦਾ ਜਲ ਤੋਂ ਹੋਵੇ ਨਹੀਂ ਆ ਸਕਦਾ। ਠੀਕ ਹੈ ਜੀ। ਜਲ ਤੋਂ ਹੋਵੇ ਤਾਂ ਫਿਰ ਆ ਗਿਆ ਅਰਜੀ ਲੈਣ। ਹਾਂਜੀ। ਇਹ ਜਲ ਤੋਂ ਹੋਵੇ ਬਾਹਰ ਨਹੀਂ ਦੇਹੀ ਧੋਣ ਦੀ ਗੱਲ, ਬਾਹਰਲਾ ਸਰੀਰ। ਉੱਥੇ ਵੀ ਇਸ਼ਨਾਨ ਕਰ ਲਈਏ ਦੁਬਾਰਾ ਫਿਰ ਜਲ ਤੋਂ ਹੋਵੇ ਆ ਗਿਆ। ਠੀਕ ਹੈ ਜੀ। ਤੇ ਆ ਗਿਆ ਉੱਥੇ ਸੋਚ ਹੈ, ਸੋਚ ਨਹੀਂ ਹੈ। ਠੀਕ ਹੈ ਜੀ। ਜਲ ਤੋਂ ਹੋਵੇ ਜਲ ਨਾਲ ਧੋਦਾ, ਪਾਣੀ ਨਾਲ ਧੋਦਾ, ਆ ਬਾਹਰਲੀ ਸਰੀਰ ਉਹ ਦੇ ਅਨੀਤ ਲਗਾਤਾਰ। ਅੱਛਾ ਜੀ। ਠੀਕ ਹੈ। ਸ਼ੁੱਧ ਕਾ ਹੋਵੇ ਸ਼ੁੱਧ ਹੋ ਜਾ, ਸ਼ੁੱਧ ਹੋ ਜੂ। ਕਾਚੀ ਪੀਤੰਤਰ ਉਹਦਾ ਦੇ ਗੰਦ ਅੰਦਰੋਂ ਦਾ ਗੰਦ ਬਣਦਾ ਹੈ ਕਿ ਸ਼ੁੱਧ ਕਿਵੇਂ ਹੋ ਜੂਗੀ। ਠੀਕ ਹੈ ਜੀ। ਅੰਦਰੋਂ ਕਾਚੀ ਹੈ ਸਾਰੀ, ਉਹ ਕਾਚੀ ਪੀਤੀ ਸ਼ੁੱਧ ਹੁੰਦੀ। ठीक है जी। मन हर के नाम की महिमा ऊंच, नानक नाम उदरे पतित बहुमूच। ਸਾਰੇ ਸੰਤ ਕਹਿੰਦੇ ਨੇ ਵੀ ਦਹੀਂ ਤਿਰਕੀ ਬੱਕਰੀ ਪਵਿੱਤਰ ਹੋਏ ਕੋ ਖਰਾਬ। ਕਹਿੰਦਾ ਦਹੀਂ ਸਰੀਰ ਕੀ ਹੈ, ਸਾਰੀ ਦਹੀਂ ਪਵਿੱਤਰ। ਉਹ ਸਰੀਰ ਤਾਂ ਪਵਿੱਤਰ ਹੋ ਹੀ ਨਹੀਂ ਸਕਦਾ। ਉਹ ਜਿੱਥੇ ਦਹੀਂ ਕਿਹਾ ਆ ਉਹ ਹੋਰ ਗੱਲ ਹੈ, ਗ੍ਰਾਮ ਕਿਹਾ ਹੋਰ ਗੱਲ ਹੈ। ਇਹ ਤਾਂ ਬਾਹਰਲੀ ਮਾਇਆ ਨੂੰ ਪਵਿੱਤਰ ਕਰਨ ਲੱਗੇ, ਆਪ ਨਹੀਂ ਪਵਿੱਤਰ ਹੋਏ ਮਾਇਆ ਨੂੰ ਕਰਦੇ ਸੀ ਪਵਿੱਤਰ। ਇਹ ਹੈ ਹੀ ਵੇਖ ਉਹ ਪਵਿੱਤਰ ਕਿਵੇਂ ਹੋ ਗਈ। ਪਵਿੱਤਰਤਾ ਮਨ ਕਰਨਾ ਮਾਇਆ ਦਾ ਤਿਆਗ ਕਰਕੇ। ਜੇ ਮਾਇਆ ਪਵਿੱਤਰ ਹੋ ਜਾਏ ਫਿਰ ਇਹਦਾ ਤਿਆਗ ਕਰਨ ਦੀ ਕੀ ਲੋੜ ਹੈ। ਜਿਹੜੀ ਸਾਡੇ ਕੋਲ ਮਾਇਆ ਉਹਨੂੰ ਪਵਿੱਤਰ ਕਰ ਲਓ। ਮਨ ਤੇ ਪਵਿੱਤਰ ਕਰਨ ਦੀ ਕੀ ਲੋੜ ਹੈ, ਮਨ ਆਪੇ ਪਵਿੱਤਰ। ਹਾਂਜੀ। ਮਨ ਹਰ ਕੇ ਨਾਮ ਕੀ ਮੈਂ ਹੁਣ ਹਾਂਜੀ। ਨਾਨਕ ਨਾਮ ਉਦਰੇ ਪਤਿਤ ਬਹੁਮੂਚ। ਨਾਨਕ ਦਾ ਨਾਮ ਨਾਲ ਉਤਰ ਗਏ ਪਤਿਤ, ਬਹੁਤ ਵੱਡੇ ਵੱਡੇ ਬੂਝ ਫੇਰ ਲਫ਼ਜ਼ ਆ ਗਿਆ। ਹਾਂਜੀ। ਵੱਡੇ ਵੱਡੇ ਜਿਹੜੇ ਸੀ ਨਾ ਪਤਿਤ, ਬਹੁਤ ਬੜੇ ਬੜੇ ਪਤਿਤ, ਜ਼ਿਆਦਾ ਪਤਿਤ, ਅਪਵਿੱਤਰ, ਇਹਨਾਂ ਦੇ ਬਹੁਤ ਜ਼ਿਆਦਾ ਅਪਵਿੱਤਰ ਤੇ, ਬਹੁਤ ਜ਼ਿਆਦਾ ਅਪਵਿੱਤਰ ਤੇ, ਉਹ ਵੀ ਉਤਰ ਕੇ ਉਧਾਰ ਹੋ ਗਿਆ ਉਹਨਾਂ ਦਾ, ਉਹ ਵੀ ਹੋ ਗਈ। ਪਤਿਤ ਵੀ ਬਣ ਕਰਕੇ ਹੁੰਦਾ, ਆਤਮਾ ਕਰਕੇ ਹੁੰਦਾ, ਸਰੀਰ ਕਰਕੇ ਨਹੀਂ ਹੁੰਦਾ। ਜਦੋਂ ਮਨ ਡਿੱਗ ਜਵੇ ਉਹਦਾ ਗੁਰੂ ਤੋਂ, ਠੀਕ ਹੈ ਜੀ, ਫੇਰ ਮੁੱਖ ਹੋ ਜਾ ਪਤਿਤ। ਹਾਂ ਠੀਕ ਹੈ ਜੀ। ਮੂਚ ਦਾ ਅੱਖਰ ਵੱਡਾ ਹੀ ਲਵਾਂਗੇ। ਹਾਂਜੀ ਹਾਂਜੀ ਹਾਂ ਠੀਕ ਹੈ। ਬਹੁਤ ਸਿਆਣਪ ਜਮਕਾ ਭਉ ਵਿਆਪੈ, ਅਨੇਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ। ਬਹੁਤ ਸਿਆਣਪ ਜਮਕਾ ਭਉ ਵਿਆਪੈ, ਜਿਹੜੇ ਜ਼ਿਆਦਾ ਸਿਆਣੇ ਬਣਦੇ ਨੇ ਆਪਣੇ ਆਪ ਚ ਕਲਾਕਾਰ, ਹਾਂਜੀ, ਉਹ ਜ਼ਿਆਦਾ ਭਰਮ ਵੱਜ ਜਾਂਦਾ, ਉਹਨਾਂ ਨੂੰ ਜਮਦਾ ਬਹੁਤ ਜ਼ਿਆਦਾ ਪਿਆ ਹੋ ਜਾਂਦਾ ਹੈ। ਉਹ ਬਹੁਤ ਤੋਂ ਜ਼ਿਆਦਾ ਡਰਦੇ ਨੇ। ਠੀਕ ਹੈ ਜੀ। ਉਹ ਹਰ ਗੱਲ ਤੋਂ ਹੀ ਡਰਦੇ ਨੇ, ਨਫੇ ਨੁਕਸਾਨ ਤੋਂ ਵੀ ਡਰਦੇ ਨੇ, ਜਾਂ ਸਭ ਤੋਂ ਵੀ ਡਰਦੇ ਨੇ, ਜਮਣ ਫਲ ਤੋਂ ਵੀ ਡਰਦੇ ਨੇ। ਉਹ ਡਰਦੇ ਹੀ ਡਰਦੇ ਨੇ। ਜ਼ਿਆਦਾ ਸਿਆਣੇ ਜਿਹੜੇ ਨੇ ਗੁਰੂ ਤੋਂ ਗਾਹਾਂ ਨਿਕਲਣਾ ਚਾਹੁੰਦੇ ਨੇ ਨਾ, ਉਹਨਾਂ ਨੂੰ ਜਮਦਾ ਬਹੁਤ ਸਗੋਂ ਜ਼ਿਆਦਾ ਪਿਆ, ਜ਼ਿਆਦਾ ਭਰਮ ਦੇ ਵਿੱਚ ਫਸ ਜਾਂਦੇ ਨੇ, ਉਲਝ ਜਾਂਦੇ ਨੇ। ਹਾਂਜੀ। ਅਨੇਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ, ਅਨੇਕਾਂ ਯਤਨ ਕਰਦੇ ਨੇ, ਗੁਰਬਾਣੀ ਨੂੰ ਮੰਨਦੇ ਨਹੀਂ। ਕ੍ਰਿਸ਼ਨ ਨੂੰ ਬੁਝਾਉਣ ਵਾਸਤੇ ਅਨੇਕਾਂ ਯਤਨ ਕਰਦੇ ਨੇ। ਵੇਦ ਵਿੱਚ ਕੀ ਲਿਖਿਆ ਉਹ ਤਾਂ ਮੰਨਿਆ ਨਹੀਂ, ਪੜ੍ਹਤ ਨੇ। ਆਪਣੀ ਕਲਾਕਾਰੀ ਨਾ ਹੋ ਰਹੇ, ਹੋਰ ਬਣਾ ਦੀਆਂ ਲੋਕਾਂ ਨੇ, ਉਹਨਾਂ ਵੱਲ ਇਸ਼ਾਰਾ ਹੈ। ਅੱਛਾ ਜੀ। ਗੁਰਬਾਣੀ ਦਾ ਉਦੋਂ ਕੋਈ ਗ੍ਰੰਥ ਵਗੈਰਾ ਬਣਿਆ ਨਹੀਂ, ਇਹ ਵੇਦ ਦੇ ਆਧਾਰ ਤੇ ਹੀ ਹੈ ਗੁਰਬਾਣੀ। ਠੀਕ ਹੈ ਜੀ।
ਹੈਗਾ ਜ਼ਿਆਦਾ ਕਲਾ ਕਰਕੇ ਮਨ ਮੱਤਾ ਚਲਾਈਆਂ ਜਿਨ੍ਹਾਂ ਨੇ ਲੋਕਾਂ ਨੇ ਉਹ ਵੇਦ ਨੂੰ ਤਾਂ ਇੱਕ ਪਾਸੇ ਕਰਤਾ, ਆਪਣੀ ਸਿਆਣਪ ਬਣਾ ਲਈ, ਆਪੇ ਸਿਆਣੇ ਬਣ ਕੇ ਜੋ ਭਿਆ ਜਗਤ ਮੈਂ ਸਿਆਣਾ ਤੱਕ ਰਾਹ ਚਲਾ ਆਪਣੀ ਮੱਤਾ ਚਲਾ। ਇਸੇ ਕਰਕੇ ਤਾਂ ਸਭ ਸਮੂਹ ਨੇਕਮਤੀ ਤੇ ਕਿਹਾ ਆਪਣੀ ਮੱਤਾ ਸਾਰੀ। ਠੀਕ ਹੈ। ਅਨਕ ਯਤਨ ਅਨੇਕਾ ਯਤਨ ਕਰ ਕ੍ਰਿਸ਼ਨਾ ਜਿਹੜੀ ਹੈ ਉਹ ਤਾਂ ਗਾਣਾ ਨਹੀਂ ਛੁੱਟਦਾ, ਮਨ ਰਚਦਾ ਨਹੀਂ। ਠੀਕ ਹੈ। ਬਾਂਝੀ ਲੱਗਦਾ ਹੈ ਪੈਸੇ ਨਾਲ, ਆਇਆ ਨਾਲ ਕਾਸੇ ਦਾ ਨਹੀਂ ਲੱਗਦਾ, ਮਾਇਆ ਨਾਲ ਮਨ ਕਦ ਲੱਗਦਾ ਸੰਤੋਖ ਨਾਲ ਲੱਗਦਾ। ਸੰਤੋਖ ਧਾਰਨ ਨਹੀਂ ਕੀਤਾ, ਸੰਤੋਖ ਗੁਰਬਾਣੀ ਗੁਰਮਤਿ ਦੇ ਗਿਆਨ ਤੋਂ ਬਿਨਾਂ ਸੰਤੋਖ ਨਹੀਂ ਸੀ ਮਿਲਣਾ। ਇਹਦੇ ਬਿਨਾਂ ਕੋਈ ਸਾਡੀ ਰੱਜ ਨਹੀਂ ਸਕਦਾ। ਇਹ ਛੱਡ ਦਿੱਤੀ ਗੁਰਬਾਣੀ, ਵੇਦਬਾਣੀ ਛੱਡ ਦਿੱਤੀ, ਵੇਦ ਛੱਡ ਦਿੱਤੇ, ਆਪਣੀ ਕਲਾਕਾਰੀ ਹੋਰ ਸ਼ੁਰੂ ਕਰ ਲਈ, ਯਤਨ ਕਰ ਲਏ। ਸਬਰ ਸੰਤੋਖ ਕਿਸੇ ਸਾਰਿਆਂ ਦਾ ਹੀ ਗਿਆ, ਸੰਤੋਖ ਕਿਸੇ ਦੇ ਨਹੀਂ ਰਿਹਾ। ਠੀਕ ਹੈ ਜੀ। ਹਾਂਜੀ। ਭੇਖ ਅਨੇਕ ਅਗਨ ਨਹੀਂ ਬੁੱਝੈ, ਕੋਟ ਉਪਾਵ ਦਰਗੇ ਨਹੀਂ ਸਿੱਝੈ। ਭੇਖ ਅਨੇਕ ਬਣਾ ਲਏ, ਆਪਣੀ ਮੱਤ ਬਣਾ ਲਈ, ਆਪਣਾ ਭੇਖ ਬਣਾ ਲਏ। ਅਨੇਕਾਂ ਭੇਖ ਨੇ ਲੋਕਾਂ ਦੇ, ਪਰ ਬੁਝਾਰਤ ਹੈ ਜਿਹੜੀ ਇਹ ਬੁਝਾਰਤ ਦੀ ਬੁਝਾਰਤ ਹੋਵੇ ਪਈ ਹੈ। ਅਗਰ ਕਿਸੇ ਦੀ ਨਹੀਂ ਬੁਝੀ, ਅਗਰ ਤਾਂ ਬੁਝਦੀ ਜੇ ਸਮਝ ਆਉਂਦੀ ਗੱਲ ਦੀ ਸੰਤੋਖ ਦੇ ਬਿਨਾਂ ਤਾਂ ਇਹ ਰਜਣਾ ਹੀ ਨਹੀਂ ਹੈ। ਠੀਕ ਹੈ। ਅਗਰ ਕਿਵੇਂ ਬੁਝੂ ਇਹਦੀ ਤਾਂ ਸਮਝ ਨਹੀਂ ਆਈ ਕਿਸੇ ਨੂੰ, ਇਹੀ ਤਾਂ ਬੁਝਾਰਦਾ ਅਗਰ ਕਿਵੇਂ ਬੁਝਾਉਣੀ ਹੈ। ਠੀਕ ਹੈ। ਯਤਨ ਕਰਦੇ ਨੇ, ਯਤਨ ਨਹੀਂ ਅੱਗ ਬੁਝਦੀ ਹੁੰਦੀ, ਯਤਨ ਕੋਈ ਨਹੀਂ ਅੱਗ ਬੁਝਾਉਣ ਦਾ। ਯਤਨ ਜਿਹੜਾ ਹੈ ਉਹ ਤਾਂ ਫਿਰ ਸਾਡੇ ਆਪਣੇ ਲੈਵਲ ਤੇ ਹੈ, ਆਦਮੀ ਦੇ ਲੈਵਲ ਤੇ ਹੈ। ਆਦਮੀ ਆਪਣੇ ਆਪ ਨਹੀਂ ਕਰ ਸਕਦਾ, ਫਿਰ ਗੁਰੂ ਦਾ ਫਿਰ ਕੀ ਪਾਰਟ ਰਹਿ ਗਿਆ, ਪਰਮੇਸ਼ਰ ਦਾ ਕੀ ਪਾਰਟ ਰਹਿ ਗਿਆ। ਜੇ ਆਪਣੇ ਯਤਨਾਂ ਨਾਲ ਆਪ ਮੁਕਤੀ ਲੈ ਸਕਦੇ ਹੋਈਏ ਤੇ ਗੁਰੂ ਦਾ ਕੀ ਪਾਰਟ ਹੈ, ਗਿਆਨ ਗੁਰੂ ਦਾ ਕੀ ਪਾਰਟ ਰਹਿ ਗਿਆ। ਗਿਆਨ ਹੈ, ਗਿਆਨ ਨਾਲ ਸਮਝ ਆਉਣੀ ਹੈ। ਮੁਕਤੀ ਦਾ ਤਾਂ ਥੋ ਹੈ, ਮੁਕਤੀ ਦੀ ਤਾਂ ਸਮਝ ਹੈ, ਉਹ ਸਮਝ ਬੁਝਾਰਤ ਬਣੀ ਹੋਈ ਹੈ। ਹਾਂਜੀ। ਅਗਰ ਨਹੀਂ ਬੁੱਝਿਆ ਕੋਟ ਪਾਵ ਹਾਂਜੀ ਕਰੋੜਾਂ ਪਾਪ ਕਰਨ ਦੇ ਬਾਵਜੂਦ ਦਰਗਾਹ ਦੀ ਸੋਚੀ ਨਹੀਂ, ਸਮਝ ਨਹੀਂ ਆ ਰਹੀ ਦਰਗਾਹ ਕਿੱਥੇ ਹੈ, ਕਿਹੋ ਜੀ ਹੈ। ਜਦੋਂ ਦਰਗਾਹ ਕਹਿੰਦਾ ਨੇ ਉਹ ਕਿੱਥੇ ਹੈ, ਕਹੇ ਜੀ ਹੈ, ਕੋਈ ਸਮਝ ਨਹੀਂ ਚੱਲ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਦਰਗਾਹ ਵੀ ਬਾਹਰ ਬਣਾਈ ਬੈਠੇ ਨੇ। ਹਾਂ, ਮੁਸਲਮਾਨਾਂ ਦੀਆਂ ਤਾਂ ਜਗ੍ਹਾ ਦਰਗਾਹਾਂ ਬਣਾਈਆਂ ਨੇ। ਜਿੱਥੇ ਕਿਸੇ ਸਿਆਣੇ ਦੀ, ਕਿਸੇ ਫਕੀਰ ਦੀ ਕਬਰ ਹੈ, ਉਹੀ ਦਰਗਾਹ ਹੈ ਇਹਨਾਂ ਦੀ। ਤਾਂ ਉਹ ਵੀ ਵਿਚਾਰੇ ਉਲਟੇ ਰਾਹ ਪਾਇਆ, ਸਾਰੇ ਭੱਬਲ ਭੂਸੇ ਫਸੇ ਨੇ, ਔਰ ਭੱਬਲ ਭੂਸੇ ਚ ਲੋਕਾਂ ਨੂੰ ਫਸਾਈ ਜਾਂਦੇ ਨੇ। ਗੁਰਬਾਣੀ ਉਹ ਭੱਬਲ ਭੂਸਾ ਦੂਰ ਕਰ ਰਹੀ ਹੈ ਸਾਰਿਆਂ ਦਾ ਹੀ। ਹਾਂਜੀ। ਦਰਗਾਹ ਤੋਂ ਕੀ ਭਾਵ ਬਣਦਾ ਜੀ? ਫਿਰਦਾ। ਠੀਕ ਹੈ ਜੀ। ਸਾਰਾ ਜਿਹੜਾ ਕਹਿਣਾ ਪਕੜਨਾ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਇਹ ਦਰਗਾਹ ਹੈ। ਅੱਛਾ ਜੀ। ਸੋ ਦਰ ਕਿਹਾ ਸੋ ਕਰ ਕਿਹਾ, ਇਹੀ ਦਰ ਹੈ, ਇਹਨੂੰ ਰਹਿਣਾ, ਉਹੀ ਦਰ ਵੇਚੀ ਹੈ, ਇਹਦੇ ਦਰ ਕੇ ਵੇਚ ਕਰਨਾ। ਠੀਕ ਹੈ। ਇਹ ਦਰ ਪਕੜਨਾ ਸੀ, ਇਹ ਦਰ ਸਮਝਣਾ ਅਸੀਂ ਸਮਝਣਾ। ਦਰਗਾਹ ਉਹ ਦਰ ਹੈ ਜਿਹੜਾ ਅਸੀਂ ਸਮਝਣਾ, ਜਿਹਦਾ ਸਾਨੂੰ ਜੋ ਪਤਾ ਸੀ। ਹਾਂਜੀ।
ਛੂਟਸ ਨਾਹੀ ਊਬ ਪਿਆਲ ਮੋਹ ਵਿਆਪੈ ਮਾਇਆ ਜਾਲ। ਛੂਟ ਨਹੀਂ ਉਹ ਪਿਆਰ ਕਦੇ ਕਬੂ ਜੀਏ ਚੜਦਾ ਹੈ ਕਬੂ ਜਾਏ ਪਿਆਲੇ। ਕਦੇ ਉੱਤੇ ਸਮਾਨਾ ਚੜ ਜਾਂਦਾ, ਕਦੇ ਪਿਆਲ ਚਲਿਆ ਜਾਂਦਾ। ਇਹ ਉਹ ਪਿਆਲ ਦੀ ਪ੍ਰਕਿਰਿਆ ਛੁੱਟਦੀ ਨਹੀਂ ਹੈ। ਕਦੇ ਥੋੜਾ ਹੋ ਜਾਂਦਾ, ਕਦੇ ਮਾਸਾ ਰਹਿ ਜਾਂਦਾ, ਕਦੇ ਬੜੇ ਹੰਕਾਰ ਜਾ ਜਾਂਦਾ, ਕਦੇ ਬਿਲਕੁਲ ਡਰਪੋਕ ਹੋ ਜਾਂਦਾ, ਕਦੇ ਵੱਡਾ ਦਾਤਾ ਬਣ ਜਾਂਦਾ, ਕਦੇ ਹੰਕਾਰ ਬਣ ਜਾਂਦਾ, ਦੁੱਖਤਾ ਬਣ ਜਾਂਦਾ। ਉਹ ਪਿਆਰ ਦੀ ਅਵਸਥਾ ਹੈ, ਫਿਰ ਅਵਸਥਾ ਨਹੀਂ ਹੈ। ਉਹ ਪਿਆਰ ਦੀ ਅਵਸਥਾ ਫਿਰ ਅਵਸਥਾ ਨਹੀਂ ਹੁੰਦੀ। ਹੁਣ ਕਿਤੇ ਕਦੀ ਤੇ ਗਿਆ ਹੋਇਆ ਨਹੀਂ ਹੈ। ਲੋਭੀ है ना, लोभी कीड़ा ठहरना रहता है, चारे कुत्ता पाले। लोभी है जो लोभ नहीं छोड़ता वो प्यार छोड़ता है। लोभ नहीं छोड़ता वो प्यार का होता, लोभ नहीं छोड़ता छूट नहीं वो प्यार। हाँ जी, वो प्यार लोभी है। मोह व्यापै माया जाल। माया जाल व्याप्या है ना, वो माया नहीं है। वो और माया जाल दो व्याप्य होते, वो माया के जाल च फसिया होया। जाल मजबूत हो जाता, फसदा ही चला जाता वो होर। हाँ जी, अवर करतूत सगली जम डानै, गोविंद भजन बिन तिल नहीं मानै। गोविंद भजन ते बिना जिन्नियां भी ਇਹਦੀਆਂ ਕਰਤੂਤਾਂ ਨੇ, ਜਿੰਨੇ ਵੀ ਇਹਦੇ ਕਰਮਕਾਂਡ ਨੇ, ਸਾਰੇ ਹੀ ਜਮ ਜਿਹੜਾ ਹੈ ਡੰਡ ਦਿੰਦਾ। ਕਿਸੇ ਵੀ ਕੋਈ ਕਰਤੂਤ ਦਾ ਕੌਡੀ ਮੁੱਲ ਨਹੀਂ, ਕਿਸੇ ਕਰਤੂਤ ਦੀ ਪੁੱਛ ਨਹੀਂ ਹੈ। ਉਹ ਸਾਰੀਆਂ ਕਰਤੂਤਾਂ ਬਾਕੀ ਕਰਮਕਾਂਡ ਫਜ਼ੂਲ ਨੇ। ਜੇ ਗੋਬਿੰਦ ਭਜਨ ਕਰ ਲੈਂਦਾ ਉਹਦੇ ਨਾਲੇ ਮਾੜਾ ਮੋਟਾ ਇਹਨੂੰ ਜਿੰਨਾ ਕਰ ਲੈਂਦਾ ਉਹਨਾਂ ਕੁ ਛੁਟਕਾਰਾ ਹੈ ਉਹਦੀ ਜਮ ਤੋਂ। ਗੋਬਿੰਦ ਭਜਨ ਤਿਲ ਵੀ ਹੋਰ ਕੋਈ ਚੀਜ਼ ਨਹੀਂ ਬਣਦਾ। ਜਮ ਤਿਲ ਨਹੀਂ ਬਣਦੇ। ਜਿੰਨਾ ਅੱਗੇ ਨੂੰ ਗਿਆਨ ਗੁਰਬਾਣੀ ਦਾ ਹੈ ਗੋਬਿੰਦ ਭਜਨ, ਉਹ ਤਾਂ ਇਹਦੇ ਕੋਲੇ ਰਹਿੰਦਾ। ਜਿੰਨਾ ਕੁ ਨਾਮ ਜਪ ਲੈਂਦਾ ਨਾ ਉਹਨਾਂ ਕੁ ਤਾਂ ਰਹਿੰਦਾ ਤੇ ਕੋਲੇ। ਉਹ ਤਾਂ ਨਹੀਂ, ਉਹ ਕਰਨ ਦਾ ਨਹੀਂ, ਛੱਡ ਦਾ ਨਹੀਂ ਲੱਗਦਾ। ਬਾਕੀ ਸਾਰੇ ਖੋਏ ਜਾਂਦੇ ਨੇ। ਇੱਕ ਹਜ਼ਾਰ ਤੇ ਨਾਮ ਬਿਨ ਅੱਗੇ ਲਈਏ ਖੋਏ, ਅੱਗੇ ਸਾਰੇ ਕਹਿੰਦੇ ਰੱਖਦੇ ਹੋਣੀ। ਉਹ ਡਲ में ਲਿਆ ਜਾਂਦਾ। ਉਹ ਜੋ ਨਾਮ ਜਿੰਨਾ ਕਿਸੇ ਨੂੰ ਸਮਝ ਆ ਜਾਂਦੀ ਹੈ, ਸੋਝੀ ਆ ਜਾਂਦੀ, ਉਹ ਇਹਦੇ ਕੋਲ ਰਹਿ ਜਾਂਦੀ। हर का नाम जपत दुख जाए, नानक बोले सहज सुभाए। हर का नाम जे जप लवे ਤਾਂ ਇਹਦਾ ਦੁੱਖ ਚਲਿਆ ਜਾਂਦਾ। ਆ ਜਿਹੜਾ ਦੁੱਖ ਹੈ ਨਾ ਬਣਦਾ ਜਾਊਗਾ, ਹਰ का ਨਾਮ ਜਪਣ ਨਾਲ ਮੁਕਤੀ ਮਿਲ ਜੂਗੀ। ਨਾਨਕ ਬੋਲੇ सहज सुभाए। ਨਾਨਕ ਜੋ ਕਹਿ ਰਿਹਾ ਹੈ ਸਹਿਜ ਅਵਸਥਾ ਦੇ ਵਿੱਚ ਟਿੱਕੇ ਗੱਲ ਕਹਿ ਰਿਹਾ, ਬੋਲ ਰਿਹਾ। ਸਹਿਜ ਅਵਸਥਾ ਦੇ ਵਿੱਚ ਜਿਹੜਾ ਬੋਲਿਆ ਉਹ ਮੁਕਤ ਅਵਸਥਾ ਵਿੱਚ ਗੱਲ ਬੋਲੀ ਹੋਈ ਹੈ। ਸਹਿਜ ਅਵਸਥਾ ਮੁਕਤੀ ਦੀ ਅਵਸਥਾ ਹੈ। ਠੀਕ ਹੈ। ਜਿਹੜਾ ਆਪ ਮੁਕਤ ਹੈ ਸੰਸਾਰ ਨੂੰ ਮੁਕਤ ਕਰ ਸਕਦਾ। ਆਪ ਮੁਕਤ ਕਰੇ ਸੰਸਾਰ। ਸੰਸਾਰ ਨੂੰ ਮੁਕਤੀ ਉਹ ਦੇ ਸਕਦਾ ਜਿਹੜਾ ਆਪ ਮੁਕਤ। ਸਹਿਜ ਅਵਸਥਾ ਦੇ ਵਿੱਚ ਨਾਨਕ ਬੋਲਦਾ। ਨਾਨਕ ਮੁਕਤੀ ਦੇ ਘਰ 'ਚ ਖੜਾ ਬੋਲਦਾ। ਮੁਕਤ ਅਵਸਥਾ ਬੋਲਦਾ, ਆਇਆ ਤਾਂ ਪਰੇ ਬੋਲਦਾ। ਇਸ ਕਰਕੇ ਇਹ ਨਾਨਕ ਸ਼ਬਦ ਨੇ ਉਪਰੋਕਤ, ਇਹ ਮੁਕਤੀ ਦੀ ਦਾਤ ਹੈ। ਇਹਨਾਂ ਦੇ ਵਿੱਚ ਇਹਨਾਂ ਸ਼ਬਦਾਂ 'ਚ ਮੁਕਤੀ ਛੁਪੀ ਹੋਈ ਹੈ। ਮੁਕਤੀ ਦਾ ਰਹੱਸ, ਮੁਕਤੀ ਦਾ ਜਿਹੜਾ ਭੇਦ ਇਹਨਾਂ ਸ਼ਬਦਾਂ ਵਿੱਚ ਹੀ ਛੁਪਿਆ ਹੋਇਆ। ਠੀਕ ਹੈ ਜੀ।
चार पदार्थ जी को मांगे साध जना की सेवा लागे। चार पदार्थ जे को बुद्ध जे किसी ਨੂੰ ਚਾਰ ਪਦਾਰਥਾਂ ਦੀ ਇੱਛਾ ਹੋਵੇ ਤਾਂ ਜਿਹੜੇ ਸਾਧ ਜਨ ਇਹਨਾਂ ਦੀ ਸੇਵਾ ਲੱਗੇ। ਸਾਧ ਜਨ ਨਾਲ ਲਿਖਿਆ, ਇਕੱਲੇ ਸਾਧ ਨਹੀਂ ਲਿਖਿਆ। ਸਾਧ ਜਨ ਕੌਣ ਹੁੰਦਾ ਹੈ? ਸਾਧ ਜਨ ਜਿਹੜਾ ਜਨ ਸਾਧ ਹੈ ਉਹ ਆਤਮ ਗਿਆਨੀ ਹੈ, ਉਹਦਾ ਮਨ ਸਾਧਿਆ ਹੋਇਆ। ਜਿਹੜਾ ਇਕੱਲਾ ਸਾਧ ਹੈ ਉਹਦੇ ਰੰਗ ਕੱਪੜੇ ਪਾਏ ਹੋਏ ਨੇ, ਭੇਖ ਕੇ ਭੇਖ ਹੈ, ਗਿਆਨ ਨਹੀਂ ਹੈਗਾ ਉਹਨੂੰ, ਮਨ ਨਹੀਂ ਸਾਧਿਆ ਹੋਇਆ ਉਹਨੇ। ਮਨ ਸਾਧੇ ਸਿੱਧ ਹੋਏ, ਜਿਹਨੇ ਮਨ ਸਾਧਿਆ ਹੋਇਆ ਉਹਨੂੰ ਸਿੱਧੀ ਪ੍ਰਾਪਤ ਹੈ, ਉਹਨੂੰ ਸੋਝੀ ਪ੍ਰਾਪਤ ਹੈ। ਠੀਕ ਹੈ। ਸਾਧ ਜਨਾਂ ਦੀ ਸੇਵਾ ਲੱਗਾ, ਜਿਹੜੀ ਸੇਵਾ ਕਰੇ ਨਾ ਉਹ ਸੇਵਾ ਲੱਗੇ। ਸਾਧ ਜਨ ਕਿਹੜੀ ਸੇਵਾ ਕਹਿੰਦੇ ਨੇ? ਸਾਧ ਜਨ ਕਹਿੰਦੇ ਨੇ ਗੁਰ ਸੇਵਾ, ਗੁਰ ਸ਼ਬਦ ਵਿਚਾਰ। ਸਾਧ ਜਨਾਂ ਦੇ ਜਿਹੜੇ ਵਚਨ ਨੇ ਇਹਨਾਂ ਦੀ ਵਿਚਾਰ ਕਰੋ। ਗੁਰ ਕਾ ਐਸਾ ਕਾਰ ਕਮਾਵੋ, ਬਸ ਗੁਰ ਕੀ ਕਰਨੀ ਕਾਹਦਾ ਹੋ। ਸਾਧ ਜਨਾਂ ਦੀ ਰੀਸ ਨਹੀਂ ਕਰੀਦੀ ਹੁੰਦੀ, ਜਿਹੜਾ ਸਾਧ ਜਨਾਂ ਨੇ ਕੰਮ ਹੋਇਆ ਉਹ ਕਰੀਦਾ ਹੁੰਦਾ। ਜਿਹੜਾ ਕੰਮ ਕਹਿਤਾ ਉਹ ਕਰਕੇ ਉਹਨਾਂ ਦੀ ਰੀਸ ਹੈ। ਸਾਧ ਜਨਾਂ ਦੀ ਬਰਾਬਰੀ ਨਹੀਂ ਕਰੀਦੀ। ਠੀਕ ਹੈ। ਹਾਂ, ਮੈਂ ਪੰਜਵੇਂ ਪਾਤਸ਼ਾਹ ਦਾ ਤੱਤੀ ਕੇ ਵਿੱਚ ਬਹਿ ਜਾ, ਆਪਾਂ ਲੈ ਕੇ ਦੇਖੀਏ, ਇਹ ਨਹੀਂ ਕਰੀਦਾ ਹੁੰਦਾ। ਇਹ ਜਾਂ ਕੁਝ ਨਹੀਂ ਕਰੀਦਾ ਹੁੰਦਾ। ਠੀਕ ਹੈ। ਔਰ ਨੇ ਕਿਹਾ ਉਪਦੇਸ਼ ਦਾ ਕੰਮ ਕਰੀਦਾ। ਠੀਕ ਹੈ ਜੀ। ਚਾਰ ਪਦਾਰਥ ਬਾਰੇ ਦੱਸੋ ਜੀ, ਚਾਰ ਪਦਾਰਥ ਕੀ ਹੈ? ਚਾਰ ਪਦਾਰਥ ਨੇ ਸਾਡੇ ਗੁਰਮਤਿ ਵਾਲਿਆਂ ਦੇ ਪਦਾਰਥ ਲਫ਼ਜ਼ ਲੱਗਿਆ ਹੋਇਆ ਨਾਲ। ਅੱਛਾ ਜੀ। ਜਿਹੜੇ ਲਫ਼ਜ਼ਾਂ ਨਾਲ ਪਦਾਰਥ ਲੱਗਿਆ ਹੋਇਆ ਹੈ, ਹਾਂਜੀ, ਉਹ ਹੈ ਪ੍ਰੇਮ ਪਦਾਰਥ। ਹਾਂਜੀ। ਜਾਂ ਗਿਆਨ ਪਦਾਰਥ। ਗਿਆਨ ਪਦਾਰਥ ਔਰ ਪ੍ਰੇਮ ਪਦਾਰਥ ਇੱਕੋ ਹੀ ਗੱਲ ਹੈ। ਅੱਛਾ ਜੀ। ਜਿਵੇਂ ਕੋਈ ਬੱਚਾ ਬਚਪਨ ਤੇ ਵਿਛੜ ਗਿਆ, ਮਾਂ ਬਾਪ ਹੋ ਗਿਆ, ਉਹ ਹੋ ਗਿਆ ਜਵਾਨ। ਜਵਾਨ ਹੈ, ਉਹਨਾਂ ਦੇ ਕੋਲੇ ਨੇੜੇ ਤੇੜੇ ਰਹਿੰਦਾ, ਪਰ ਉਹਨੂੰ ਪਤਾ ਨਹੀਂ ਹੈ ਮੇਰੇ ਮਾਂ ਬਾਪ ਨੇ, ਮਾਂ ਬਾਪ ਨੂੰ ਨਹੀਂ ਪਤਾ ਹੈ ਸਾਡਾ ਬੱਚਾ। ਅੱਛਾ ਜੀ। ਉਹਨਾਂ ਦੇ ਅੰਦਰ ਮਾਂ ਬਾਪ ਵਾਲਾ ਪ੍ਰੇਮ ਬੱਚੇ ਦੇ ਅੰਦਰ ਨਹੀਂ ਆ ਸਕਦਾ, ਪੁੱਤਰ ਵਾਲਾ ਪ੍ਰੇਮ ਮਾਂ ਬਾਪ ਦੇ ਅੰਦਰ ਨਹੀਂ ਪੈਦਾ ਹੋ ਸਕਦਾ। ਜਿੱਦਾਂ ਗਿਆਨ ਹੋ ਗਿਆ ਦੋਨਾਂ ਧਿਰਾਂ ਨੂੰ, ਬੱਚੇ ਨੂੰ ਗਿਆਨ ਹੋ ਗਿਆ ਮੇਰੇ ਮਾਂ ਪਿਓ ਨੇ, ਮਾਂ ਪਿਓ ਨੂੰ ਗਿਆਨ ਹੋ ਗਿਆ ਸਾਡਾ ਪੁੱਤਰ, ਪ੍ਰੇਮ ਆਪੇ ਹੀ ਪੈਦਾ ਹੋ ਜੀ। ਚਾਹੇ ਉਹ ਕਹਿੰਦੇ ਅਸੀਂ ਉਹਨੂੰ, ਕਿਉਂਕਿ ਗਿਆਨ ਦੇ ਨਾਲ ਪ੍ਰੇਮ। ਠੀਕ ਹੈ। ਅੱਜ ਮਾਂ ਪਿਓ ਦਾ ਪਤਾ ਨਹੀਂ, ਬਾਹਰਲੇ ਮਾਂ ਪਿਓ ਦਾ ਪਤਾ ਹੈ। ਉਹਨਾਂ ਨਾਲ ਸਾਡਾ ਮੋਹ ਹੈ, ਜਦ ਅੰਦਰਲੇ ਦਾ ਪਤਾ ਲੱਗਣਾ ਉਹਦੇ ਨਾਲ ਪ੍ਰੇਮ ਹੋ ਜਾਣਾ। ਠੀਕ ਹੈ। ਅੱਜ ਇਹ ਪਰਕੀ ਕੋ ਆਪਣੀ ਚਾਹੇ ਆਪਣੂ ਨਹੀਂ ਪਾਇਆ, ਜਿਹੜੀ ਪਰਕੀ ਵਸਤੂ ਨੂੰ ਆਪਣੀ ਕਹਿੰਦੇ ਨੇ। ਠੀਕ ਹੈ। ਬਗਾਨੀ ਵਸਤੂ ਨੂੰ ਆਪਣੀ ਕਹਿੰਦੇ ਨੇ। ਆਪਣੋਂ ਨਹੀਂ ਪਾਇਆ, ਆਪਣਿਆਂ ਨੂੰ ਤਾਂ ਹੀ ਨਹੀਂ ਚੰਗਾ ਲੱਗਦਾ ਹੈ। ਸੱਚ ਗੱਲ ਵਾਲੇ ਸਾਰੇ ਆਪਣੇ ਨੇ। ਠੀਕ ਹੈ ਜੀ। ਸੱਚ ਗੱਲ ਵਾਲਿਆਂ ਨੂੰ ਕਿਉਂ ਨਹੀਂ ਚੰਗਾ ਲੱਗਦਾ? ਇੱਥੇ ਰਿਸ਼ਤੇਦਾਰੀਆਂ ਪਾਈ ਬੈਠਾ, ਸਰੀਰਾਂ ਨਾਲ ਆਤਮਾ ਦੀ ਰਿਸ਼ਤੇਦਾਰੀ ਨਹੀਂ ਜਾਣਦਾ ਕੋਈ ਵੀ ਹੈ। ਸ਼ਕਲਾਂ ਨਾਲ ਰਿਸ਼ਤੇਦਾਰੀ ਪਾਈ ਬੈਠਾ, ਆਪਣੇ ਆਪ ਨੂੰ ਵੀ ਮਾਇਆ ਹੀ ਮੰਨਦਾ, ਮਾਇਆ ਦੇ ਰਿਸ਼ਤੇਦਾਰੀਆਂ ਨੇ। ਠੀਕ ਹੈ। ਹਾਂ, ਪ੍ਰੇਮ ਪਦਾਰਥ ਔਰ ਗਿਆਨ ਪਦਾਰਥ ਇੱਕ ਹੈ। ਅੱਛਾ ਜੀ। ਪਹਿਲਾ ਗਿਆਨ ਪਦਾਰਥ ਹੈ। ਅੱਛਾ ਜੀ। ਗਿਆਨ ਦਾ ਬੰਦਾ ਦੂਜੀ ਗਿਆਨ ਤੋਂ ਕੀ ਮਿਲਦਾ? ਮੁਕਤੀ। ਗਿਆਨ ਦਾ ਬੰਦਾ ਮਨ ਟਿਕਦਾ ਹੀ ਗਿਆਨ ਨਾਲ। ਠੀਕ ਹੈ। ਮੁਕਤ ਪਦਾਰਥ ਦੂਜਾ ਪਦਾਰਥ ਹੈ। ਮੁਕਤੀ ਚਾਹੀਦੀ ਹੈ ਸਭ ਤੋਂ ਪਹਿਲਾਂ। ਉਹੀ ਗੱਲ ਉੱਤੇ ਆਈ ਸੀ, ਮੁਕਤੀ ਵਾਸਤੇ ਹੀ ਬਹੁਤ ਕੁਝ ਕਰ ਲਿਆ, ਪਰ ਸਮਝ ਨਹੀਂ ਆ ਰਹੀ ਕਿਸੇ ਨੂੰ ਮੁਕਤੀ ਵੀ। ਮੁਕਤੀ ਵਾਸਤੇ ਲੋਕਾਂ ਨੇ ਕਰਪਾਨ ਆਪਣੀ ਆਪਣੀ ਮੱਤਾਂ ਸ਼ੁਰੂ ਕੀਤੀਆਂ ਹੋਈਆਂ ਨੇ। ਮੁਕਤੀ ਦਾ ਥਾਂ ਕਿਸੇ ਨੂੰ ਨਹੀਂ। ਕਬੀਰ ਕਹਿੰਦਾ ਮੁਕਤੀ ਦਾ ਥਾਂ ਕਿਵੇਂ ਆਊਗਾ? ਮੁਕਤੀ ਦਾ ਥਾਂ ਪਤਾ ਹੁੰਦਾ, ਥਾਂ ਸਮਝ ਹੁੰਦਾ। ਠੀਕ ਹੈ। ਥਾਂ ਕਹਿੰਦੇ ਸਮਝ ਨੂੰ।
ਸਭ ਪਤਾ ਹਾਂਜੀ ਸਭ ਪਤਾ। ਹੂੰ ਕਬੀਰ ਕਹਿੰਦਾ ਕੂਟਣਾ ਹੈ ਤਾਂ ਮਨ ਕੋ ਕੂਟਾ। ਹੂੰ ਮਨ ਇਹ ਕੁੱਟਣਾ ਬਾਹਰ, ਸਰੀਰ ਨੂੰ ਕਿਉਂ ਕੁੱਟਦੇ ਹੋ? ਉਹ ਵਰਮੀ ਮਾਰੀ ਸੱਪ ਨਹੀਂ ਮਾਰੀ, ਸੱਪ ਮਾਰਨਾ ਮਨ ਮਾਰਨਾ, ਤੁਸੀਂ ਸਰੀਰ ਨੂੰ ਮਾਰਨ ਲੱਗੇ, ਕੁੱਟਣ ਲੱਗੇ। ਸਰੀਰ ਕਟਾਏ ਹੋਮੇ ਕਰ ਰਾਤੀ ਠੀਕ ਹੈ ਜੀ। ਕੁੱਟੀ ਹੈ, ਵਰਮੀ ਨੂੰ ਮਾਰਦੇ ਨੇ, ਡਿਉੜੀ ਕਰਮ ਕਰਦੇ ਨੇ, ਸਰੀਰ ਨਾਲ ਕਰਦੇ ਨੇ। ਸਫਾਈ ਕਰਨ ਦੀ ਮੰਦੀ ਕਰਦੇ ਨੇ ਵਾਲੇ ਸਰੀਰ ਦੀ। ਠੀਕ ਹੈ ਜੀ। ਇਹਦਾ ਮਤਲਬ ਥੋ ਨਹੀਂ ਹੈ, ਇਹਨਾਂ ਨੂੰ ਮੁਕਤੀ ਦਾ ਥੋ ਹੈ ਨਹੀਂ। ਧੋਦੇ ਨੇ ਅਸੀਂ ਮਨ ਸਾਫ਼ ਕਰਨਾ ਦਾ ਕਰਦੇ ਨੇ, ਸਰੀਰ ਬਾਹਰਲਾ। ਇਹਦਾ ਮਤਲਬ ਥੋ ਨਹੀਂ ਹੈ ਮੁਕਤੀ ਦਾ। ਠੀਕ ਹੈ ਜੀ। ਸਮਝਿਆ ਜੀ? ਹਾਂਜੀ ਗਿਆਨ ਹਾਸਲ ਕਰਨਾ ਸੀ, ਗਿਆਨ ਨੂੰ ਨਾਮ ਕਰਨਾ ਤਾਂ ਨਾਮ ਹੋਰੇ ਕੁਝ ਬਣਾ ਕੇ ਉਹ ਰਟਣ ਜੋ ਸ਼ੁਰੂ ਕਰ ਲਿਆ। ਉਹਦੇ ਨਾਲ ਵੀ ਮਨ ਸਾਫ਼ ਨਹੀਂ ਹੋ ਰਿਹਾ, ਮੁਕਤੀ ਨਹੀਂ ਮਿਲ ਰਹੀ। ਗਿਆਨ ਨਾਲ ਮੁਕਤੀ ਮਿਲਣੀ ਸੀ, ਗਿਆਨ ਕਬਰ ਦਾ ਮਿਲ ਰਿਹਾ। ਠੀਕ ਹੈ ਜੀ। ਨਾਮ ਦਾ ਗਿਆਨ ਰੱਖਣਾ ਤਾਂ ਨਾਮ ਦਾ ਦੇਵ ਰੱਖ ਲਿਆ। ਇਹ ਵੀ ਇਹ ਤੋਂ ਵੀ ਧੋਖਾ ਖਾ ਗਿਆ। ਠੀਕ ਹੈ ਜੀ। ਮੁਕਤੀ ਦੀ ਮਿਲੀ, ਮੁਕਤੀ ਦਾ ਥੋ ਆਉਣਾ ਸੀ ਗਿਆਨ। ਇਹਦੇ ਕਰਕੇ ਕਬੀਰ ਕਹਿੰਦਾ ਕੂਟਣਾ ਹੋ ਤੋਂ ਮਨ ਕੋ ਕੂਟੇ, ਮਨ ਕੋ ਕੂਟੇ ਤਾਂ ਜਬ ਤੇ ਛੂਟੇ। ਜਬ ਤੋਂ ਛੁਟਕਾਰਾ ਹੋ ਗਿਆ, ਮੁਕਤੀ ਮਿਲ ਗਈ। ਜਬ ਤੋਂ ਛੁਟਕਾਰਾ ਉਹ ਮਨ ਨੂੰ ਕੁੱਟੇ, ਕੁੱਟ ਮਨ ਤੋਂ ਸਵੱਟੀ ਲਾਵੇ, ਅੱਖਾਂ ਵਿੱਚ ਵੀ ਕੁੱਟੀ ਜਾਣਾ। ਕਸਵੱਟੀ ਦੇ ਲਾ ਕੇ ਦੇਖਦਾ ਰਹਿਣਾ, ਜਿੰਨੀ ਲੋੜ ਹੈ ਉਦੋਂ ਹੀ ਕੁੱਟਣਾ। ਠੀਕ ਹੈ। ਕੁੱਟ ਮਨ ਤੋਂ ਸਵੱਟੀ ਲਾਵਾ, ਐਸਾ ਕੂਟਣ ਮੁਕਤ ਥੋ ਪਾਵਾ। ਦੋ ਪਾਠ ਨੇ ਹੁਣ ਇੱਥੇ। ਇਹ ਮੇਰੇ ਸਾਹਮਣੇ ਆਈ ਸੀ ਲਾਈਨ 1964 ਚ। ਅੱਛਾ ਜੀ। ਮੁਕਤ ਥੋ ਪਾਵਾ ਇੱਕ ਵੀਰ ਚ ਮੁਕਤ ਬਹੁ ਪਾਵਾ। ਖੱਤੇ ਦਾ ਬੱਬਾ ਫੜ ਹੁੰਦਾ ਉੱਥੇ। ਦੱਸੋ ਕਿਹੜੇ ਗੱਲ ਠੀਕ ਹੈ? ਤੋਂ ਉਦੋਂ ਨਹੀਂ ਸੀ ਪਤਾ ਕਿਸੇ ਨੂੰ। ਇਹ ਤੋਂ ਸਟਾਰਟ ਕੀਤਾ ਸੀ ਮੈਂ ਖੋਜ। ਚਲਦੀ ਰਹੀ ਵੀ 25 ਸਾਲ ਬਾਅਦ ਇਹ ਪਤਾ ਲੱਗਿਆ ਵੀ ਮੁਕਤੀ ਜਿੱਥੇ ਹੁੰਦੀ ਹੈ, ਬਹੁਤੀ ਥੋੜੀ ਤੱਕ ਤੇ ਆਈ ਨਹੀਂ। ਮੁਕਤੀ ਤਾਂ ਮੁਕਤੀ ਹੈ। ਇਸ ਕਰਕੇ ਬਹੁਤ ਮੁਕਤੀ ਨਾਲ ਨਹੀਂ ਲੱਗ ਸਕਦਾ, ਥੋ ਲੱਗੂਗਾ। ਕਿसी का विधि है ना। ज्ञान तो मुक्ति है, ज्ञान वाले थो होना। थो लफ्ज ठीक है, बहुत ही। इस करके काफी देर तो बाद ये पता लग गया मुक्ति का थो होता है। मुक्ति बहुत ही थोड़ी चीज होती। अच्छा जी। सत्ता ठीक है, बब्बा गलत है। अच्छा जी। उसके बाद बाकी हौली भेद शुरू हुए। इस करके वो कहना मुक्त थो पावा। ज्ञान तो थो मुक्ति का होना, ज्ञान तो मुक्ति का थो है। ज्ञान गुरबाणी च मुक्ति का थो लिखा होया। अज्ञानियां ने अपनी मत नाल हो रहे और मतलब है कर्मकांड बना ले, मुक्ति किसी को नहीं मिली। ज्ञान पदार्थ पहला पदार्थ है, दूआ मुक्त पदार्थ है। ज्ञान पदार्थ गुरमत से जड़ा है ना, उपदेश जो मिलना ज्ञान, ਇਹਨੂੰ ਵੀ ਨਾਮ ਕਹਿੰਦੇ ਆ। ਇਹ ਨਾਮ ਅਸਲ ਦੇ ਵਿੱਚ ਤਤ ਗਿਆਨ ਹੈ। ਤਤ ਵਸਤੂ ਦਾ ਗਿਆਨ ਹੈ। ਤਤ ਗਿਆਨ ਦਾ ਮਤਲਬ ਤਤ ਵਸਤੂ ਦਾ ਗਿਆਨ। ਇਹ ਤਤ ਗਿਆਨ ਹੈ ਜਿਹੜਾ ਨਾਮ ਹੈ। ਜਿਹੜਾ ਨਾਮ ਦਰਗਾਹ ਤੇ ਸਿੱਧਾ ਆਉਂਦਾ ਹੈ ਸੱਚਖੰਡ ਤੋਂ, ਉਹ ਤਤ ਹੈ। ਗੁਰਬਾਣੀ ਦਾ ਗਿਆਨ ਮਨ ਨੂੰ ਮਾਰ ਸਕਦਾ ਹੈ। ਮਨ ਦਾ ਮੁਕਤੀ ਹੈ। ਮਨ ਦਾ ਚੁੱਪ ਕਰ ਜਾਣਾ, ਮਨ ਦਾ ਚੁੱਪ ਹੋ ਜਾਣਾ। ਮਾਇਆ ਦੇ ਵਿੱਚੋਂ ਜਿਹੜੀ ਮਾਇਆ ਦੀ ਭੁੱਖ ਹੈ ਮਨ ਚੋਂ ਚਲੀ ਜਾਣੀ, ਇਹੀ ਮੁਕਤੀ ਹੈ। ਮਾਇਆ ਤੋਂ ਮੁਕਤੀ ਹੈ, ਕਲਪਨਾ ਤੋਂ ਮੁਕਤੀ ਹੈ। ਕਲਪਨਾ ਹੀ ਕਾਲ ਹੈ। ਠੀਕ ਹੈ। ਜੇ ਕਲਪਨਾ ਤੋਂ ਖਹਿੜਾ ਛੁੱਟ ਗਿਆ ਤਾਂ ਕਾਲ ਤੋਂ ਖਹਿੜਾ ਛੁੱਟ ਗਿਆ। ਮਨ ਦੀ ਇੱਛਾ ਹੀ ਮਨ ਦਾ ਕਾਲ ਹੈ। ਹੈਲੋ, ਹਾਂਜੀ ਹਾਂਜੀ। ਗਿਆਨ ਨਾਲ ਮਨ ਦੇ ਵਿੱਚ ਇੱਛਾਵਾਂ ਖਤਮ ਹੋ ਜਾਂਦੀਆਂ। ਠੀਕ ਹੈ ਜੀ।
ਇਹ ਦੋ ਪਦਾਰਥ ਹੋ ਗਏ। ਦੋ ਹੋ ਗਏ ਹਾਂਜੀ। ਉਹਦੇ ਬਾਅਦ ਫਿਰ ਕਹਾ ਆਰਾਧਨਾ ਲੋਕ ਦੀ। ਅੱਛਾ ਜੀ। ਨਾਨਕ ਨਾਮ ਮਿਲੇ ਤਾਂ ਜੀਵ, ਉਹ ਨਾਮ ਦਰਗਾਹ ਹੈ, ਉਹ ਨਾਮ ਤਖਤ ਹੈ। ਗੁਰਬਾਣੀ ਦਾ ਨਾਮ ਜਿਹੜਾ ਹੈਗਾ, ਗੁਰਬਾਣੀ ਦਾ ਨਾਮ ਸਮਾਇਆ ਜਿਹੜਾ ਹੈਗਾ, ਤਖਤ ਦਾ ਗਿਆਨ ਹੈ, ਉਹ ਸਿੱਧਾ ਤਖਤ ਹੈ। ਨਾਮ ਤਖਤ ਸਭ ਹੀ ਸਿਰ ਚਾਪਾ ਹੈ, ਉਹ ਸਾਰਿਆਂ ਦੇ ਉੱਪਰ ਹੈ। ਹੁਕਮ ਹੈ ਉਹ ਨਾਮ ਤਖਤ ਕੀ ਹੈ? ਹੁਕਮ। ਨਾਮ ਤਖਤ ਸਭ ਹੀ ਸਿਰ ਜਾਪਾ ਹੈ, ਸਾਰਿਆਂ ਦੇ ਸਿਰ ਤੇ ਹੁਕਮ ਹੈ ਉਹ। ਠੀਕ ਹੈ। ਫਿਰ ਨਾਲਾ ਦੁੱਖ ਕਾਲ ਸੰਤਾਪਾ ਹੈ, ਉਹ ਸਤਿਗੁਰ ਸਿੱਧਾ ਨਾਲ ਗੱਲ ਕਰਨ ਵੇਲੇ ਗੁਰੂ ਨਾਨਕ ਦੇਵ ਜੀ ਕਹਿੰਦੇ, ਉਹ ਸਿੱਧ ਕਹਿ ਰਹੇ ਗੁਰੂ ਨਾਨਕ ਨਾਮ ਮਿਲੇ ਤਾਂ ਜੀਵੋ। ਮੁਕਤੀ ਦੇ ਅਵਸਥਾ ਵਿੱਚ ਗਿਆਨ ਨਾਲ ਸ਼ਬਦ ਮਰਦਾ, ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ ਇਹਦੇ ਨਾਲ ਮਨ ਭਰਦਾ ਹੈ, ਮੁਕਤੀ ਮਿਲਦੀ ਹੈ, ਮੁਕਤ ਹੈ, ਮਾਇਆ ਤੋਂ ਪਰੇ ਹੈ, ਮਾਇਆ ਛੱਡੀ ਹੋਈ ਹੈ, ਤਿਆਗੀ ਹੋਈ ਹੈ, ਮਰਿਆ ਹੋਇਆ, ਭੁੱਖ ਮਰੀ ਨਹੀਂ, ਮਾਇਆ ਦੀ ਭੁੱਖ ਮਰੀ ਹੋਈ ਹੈ, ਮਨ ਮਰਿਆ ਹੋਇਆ, ਨਾਮ ਦੀ ਭੁੱਖ ਲੱਗੀ ਹੋਈ ਹੈ। ਨਾਮ ਦੀ ਭੁੱਖ ਪੂਰੀ ਹੋਣੀ ਜੀਵਨ ਦਾ ਜੀਵਨ। ਨਾਨਕ ਨਾਮ ਮਿਲੇ ਤਾਂ ਜੀਵਨ, ਤਨ ਮਨ ਸੀਵੇ ਹਰਿਆ। ਤੀਜਾ ਪਦਾਰਥ ਨਾਮ ਪਦਾਰਥ ਹੈ। ਠੀਕ ਹੈ। ਜਿਹੜਾ ਬਿਨਾਂ ਕੰਨਾਂ ਤੋਂ ਸੁਣਨ ਵਾਲੀ ਤੁਰਕੀ ਬਾਣੀ ਹੈ ਉਹ ਹੈ। ਤੇ ਚੌਥਾ ਪਦਾਰਥ ਹੈ ਜਨ ਪਦਾਰਥ। ਨਾਮ ਮਿਲੇ ਤਾਂ ਜੀਵ, ਨਾਮ ਮਿਲੇ ਤਾਂ ਜੀਵਾ, ਤਾਂ ਜਨ ਪਦਾਰਥ ਮਿਲੇ। ਜੇ ਨਾਮ ਮਿਲੇ ਨਾਮ ਪਦਾਰਥ ਤੀਆ ਪਦਾਰਥ ਹੈ, ਜਨ ਪਦਾਰਥ ਚੌਥਾ ਪਦਾਰਥ ਹੈ। ਇਹ ਚਾਰ ਪਦਾਰਥ ਜੇ ਕੋ ਮੰਨਦਾ ਹੈ ਸਾਧ ਜਨਾਂ ਕੀ ਸੇਵਾ ਲੱਗ। ਫਿਰ ਪੁੱਛੋ ਸਾਧਾ ਤੇ ਜੀ ਕੋ ਚਾਰ ਪਦਾਰਥ ਫਿਰ ਪਿਛਲੋ ਪੁੱਛ ਲੋ ਕਿਸੇ ਗੁਰੂ ਪੰਜ ਪਾਤਸ਼ਾਹ ਕੀ ਇਸ਼ਾਰਾ ਕਰ ਰਹੇ ਨੇ, ਉਹ ਕਹਿ ਰਹੇ ਨੇ ਫਿਰ ਪੁੱਛ ਲੋ ਸਤਿਗੁਰੂ ਅਮਰਦਾਸ ਤੇ। ਅੱਛਾ ਜੀ। ਫਿਰ ਪੁੱਛੋ ਸਤਿਗੁਰੂ ਰਾਮਦਾਸ ਤੇ, ਚਲੋ ਨਾਨਕ ਤੇ, ਪੁੱਛ ਲੋ ਉਹਨਾਂ ਦੀ ਸੇਵਾ ਲੱਗ ਜਾਓ। ਉਹ ਗੁਰਬਾਣੀ ਤੋਂ ਪੁੱਛ ਲੋ ਸਾਰਿਆਂ ਦੀ ਉਹ ਹੈ। ਇਹ ਚਾਰ ਪਦਾਰਥ ਕੀ ਹੁੰਦੇ ਨੇ, ਕਿਵੇਂ ਮਿਲਦੇ ਨੇ, ਇਹ ਸੇਵਾ ਲੱਗੀ ਹੈ ਗੁਰਬਾਣੀ। ਗੁਰ ਸੇਵਾ ਗੁਰ ਸ਼ਬਦ ਵਿਚਾਰ, ਉਹ ਸ਼ਬਦ ਵਿਚਾਰ ਕਰ ਲਓ, ਗੁਰਬਾਣੀ ਵਿਚਾਰ ਲਓ, ਚਾਰੇ ਪਦਾਰਥ ਮਿਲ ਜਾਣਗੇ। ਪਹਿਲਾਂ ਪਤਾ ਤਾਂ ਹੋਵੇ ਪਦਾਰਥ ਕਹੇ ਨੇ ਕਿਹੜੇ ਕਿਹੜੇ ਨੇ। ਅਸੀਂ ਤਾਂ ਵਾਲੇ ਰੱਖ ਲਏ ਚਾਰ ਪਦਾਰਥ। ਹਾਂਜੀ, ਧਰਮ, ਉਹਨੇ ਧਰਮ ਕਾਮ ਤੇ ਮੋਖ। ਹਾਂ ਮੋਖ। ਉਹਨੇ ਪੁੱਛੇ ਪਹਿਲਾਂ ਕਿਹੜਾ ਧਰਮ ਹੈ, ਹਾਂਜੀ, ਉਹਦਾ ਜਿਹੜਾ ਅਰਥ ਹੈ ਸਾਰੀ ਮਾਇਆ। ਧਰਮ ਦਾ ਕਹਿਣਾ ਨਗਰੀ ਹੈ, ਤੁਸੀਂ ਕਹਿਣਾ ਧਰਮ ਦਾ ਹੈ, ਫਿਰ ਪਦਾਰਥ ਹੋ ਗਿਆ ਇਹ। ਉਹ ਮਾਇਆ ਦਾ ਬਹੁਤਾ ਛੱਡਣ ਨੂੰ ਕਹਿੰਦਾ ਧਰਮ, ਤੁਸੀਂ ਕਹਿਣਾ ਧਰਮ ਦੇ ਨਾਲ ਅਰਥ ਹੈ ਜੋੜਤਾ। ਧਰਮ ਨਿਸ਼ਕ੍ਰਿय ਕਰਤਾ, ਕਹਿਣ ਨੂੰ ਧਰਮ ਹੈ, ਜੋੜ ਕੇ ਨਿਸ਼ਕ੍ਰਿय ਕਰਤਾ, ਬੇਅਸਰ ਕਰਤਾ ਧਰਮ। ਉਧਰ ਕਾਮਨਾ ਇੱਛਾ ਮਾਇਆ ਦੀ ਭੁੱਖ, ਭੁੱਖ ਮਾਇਆ ਦੀ ਹੈ, ਬਾਲ ਦਾ ਮੁਕਤੀ ਹੈ। ਕਹਿੰਦਾ ਮੈਨੂੰ ਮੁਕਤੀ ਮਿਲੂਗੀ, ਰਿੱਧੀਆਂ ਸਿੱਧੀਆਂ ਦੀ ਭੁੱਖ ਹੈ, ਮੁਕਤੀ ਵੀ ਹੈ ਨਾਲ। ਧਰਮ ਇੱਧਰ ਆ ਗਿਆ ਕਾਮ ਔਰ ਮੋਖ, ਅਰਥ ਔਰ ਕਾਮਨਾ ਇਕੱਠੇ ਕਰਤੇ, ਵਿਚਾਲੇ ਰੱਖਤੇ ਮੁਕਤੀ ਔਰ ਧਰਮ ਸਾਈਡਾਂ ਤੇ ਕਰਤੇ। ਵਿਚਾਲੇ ਦੋ ਵਾਰ ਤੇ, ਵਿਚਾਲੇ ਦੋ ਵਿਰੋਧੀ ਵਾਰ ਤੇ। ਜਿੱਥੇ ਕਾਮਨਾ ਹੋਊਗੀ ਉੱਥੇ ਮੁਕਤੀ ਕਿਵੇਂ ਮਿਲਦੀ, ਜਿੱਥੇ ਮਾਇਆ ਹੋਊਗੀ ਉੱਥੇ ਮੁਕਤੀ ਕਿਵੇਂ ਮਿਲਦੀ। ਇਹ ਜੋ ਕੀਤੇ ਤੇ ਦੋਏ ਇਹ ਅਰਥ ਕਿਉਂ ਬਦਲੇ ਤੇ, ਇਹੀ ਤਾਂ ਉਲਟੇ ਦਾ ਪਾਉਣਾ ਸੀ। ਕਦਮ ਪਾਸ਼ਾ ਕਹਿੰਦੇ ਨੇ ਕਾਮਨਾ ਅਧੀਨ ਕੈਸੇ ਪਾਵੇ ਕੋ, ज्ञान के विहीन लो मोह में प्रवीण, एक कामना अधीन कैसे पावे भगवान को।
ਉਹ ਭਗਵੰਤ ਨੂੰ ਕਿਵੇਂ ਪਾ ਲੈਂਦਾ। ਇਹ ਜਿਹੜੇ ਲੋਕ ਨੇ ਟੀਕੇ ਨਾਲ ਜੁੜੇ ਹੋਏ ਨੇ ਨਾ, ਨਾਲ ਤਾਂ ਰੱਬ ਛੱਡਣਾ ਨਹੀਂ ਚਾਹੁੰਦੇ, 10% ਦੇ ਤਾਂ ਹੀ ਖਿਲਾਫ ਨੇ। ਉਹਨਾਂ ਨੂੰ ਪਤਾ ਜੇ 10% ਆ ਗਿਆ ਸਾਰੇ ਅਰਥ ਬਦਲਣੇ ਪੈਣੇ ਨੇ। ਅੰਦਰ ਦਾ ਤਾਰਾਂ ਕਿਤੇ ਹੋਰੇ ਜੁੜੀਆਂ ਹੋਈਆਂ ਨੇ ਅੰਡਰਗਰਾਊਂਡ, ਇਹ ਤਾਂ ਜੁੜੀਆਂ ਹੋਈਆਂ ਨੇ, ਸਾਨੂੰ ਤਾਂ ਪਤਾ ਹੈ ਬਹੁਤ ਦੇਰ। ਅੱਜ ਦੇ ਨੇ ਜੁੜੀਆਂ ਹੋਈਆਂ, ਬੰਦੇ ਹੀ ਉਹਨਾਂ ਦੇ ਆਏ ਹੋਏ ਨੇ, ਕਦ ਆਏ ਨੇ ਕਿਵੇਂ ਆਏ ਨੇ ਸਾਰੀ ਦਾ ਪਤਾ ਹੀ ਹੈ। ਆਪ ਪਬਲਿਕ ਨੂੰ ਵੀ ਪਤਾ ਲੱਗ ਜੂਗਾ। ਉਹਨਾਂ ਦਾ ਵਿਰੋਧ ਕਰਨਾ ਤਾਂ ਦੂਸਰਾ ਹੀ ਦੱਸਦਾ, ਬਹੁਤ ਬੜੀ ਕਹਾਣੀ ਕਹਿ ਜਾਂਦਾ। ਜਿਹੜੇ ਵਿਰੋਧੀ ਨੇ ਬਹੁਤ ਬੜੀ ਕਹਾਣੀ ਕਹਿੰਦਾ ਉਹਨਾਂ ਦਾ ਵਿਰੋਧ। ਠੀਕ ਹੈ ਜੀ, ਉਹਨਾਂ ਦੇ ਵਿਰੋਧ ਦੀ ਕਹਾਣੀ ਸਾਬਤ ਹੋ ਜਾਂਦੀ ਹੈ। ਗੱਲ ਕੌਣ ਹੈ ਇੱਥੇ ਕਾਮ ਨਾਲ ਤੇ ਮੁਕਤੀ ਕਿਵੇਂ ਮਿਲਦੀ। ਠੀਕ ਹੈ ਜੀ, ਹਾਂਜੀ ਠੀਕ ਹੈ ਜੀ। ਆਪਣਾ ਚਾਰ ਪਦਾਰਥ ਫਿਰ ਹੋ ਗਏ ਕਿਹੜੇ? ਪਹਿਲਾ ਹੋ ਗਿਆ ਆਪਣੇ ਕੋਲ ਗਿਆਨ ਪਦਾਰਥ ਜੀ, ਗੁਰਮਤਿ ਦਾ ਗਿਆਨ, ਗੁਰਮਤਿ ਸੋਚੀ, ਇਹ ਤੋਂ ਮੁਕਤੀ, ਮੁਕਤੀ ਤੋਂ ਨਾਮ, ਨਾਮ ਤੋਂ ਜਿਹੜਾ ਸਿੱਧਾ ਬਿਨਾਂ ਕੱਟਣ ਵਾਲਾ, ਠੀਕ ਉਹ ਤੋਂ ਬਾਅਦ ਜਨਮ ਪਦਾਰਥ। ਹਾਂਜੀ, ਉਹਨੂੰ ਇਹ ਕਿਹਾ ਫਿਰ ਸਤਿਗੁਰ ਕੇ ਜਨਮੇ ਗਵਨ ਮਿਟਾਇਆ ਹੈ ਜੀ। ਸਤਿਗੁਰ ਕੇ ਜਨਮੇ ਗਵਨ ਮਿਟਾਇਆ, ਉਹ ਚੌਥਾ ਪਦਾਰਥ ਹੈ ਜੀ, ਚੌਥਾ ਪਦਾਰਥ। ਠੀਕ ਹੈ ਜੀ, ਉਹ ਖੱਟਣ ਤਾਂ ਆਇਆ ਹੀ ਹੈ, ਉਹੀ ਖੱਟਣ ਆਇਆ। ਜਦੋਂ ਇਸ ਕਰਕੇ ਕਿਹਾ ਸੀਗਾ ਅਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟ ਆਈ ਰੇ। ਦੋ ਪਦਾਰਥ ਜਾ ਕੇ ਪੋਜ਼ਿਟਿਵ ਨੇ, ਦੋ ਪਦਾਰਥ ਬਾਹਰਲੇ ਨੈਗੇਟਿਵ। ਮੁਕਤੀ ਆ ਧਰਮ ਦਾ ਗੱਲ ਹੈਗੀ ਠੀਕ ਆ, ਵਿਚਾਲੇ ਮਾਇਆ ਔਰ ਕਾਮਨਾ ਜਿਹੜੀ ਵਿਚਾਲੇ ਬਾੜ ਲਈ, ਇਹ ਸ਼ੂਦਰੀ ਵੰਗੀ ਮਤ। ਇਹ ਹੈ ਆਪਣੇ ਜਾਏ ਖਾਣ ਵਾਲੀ, ਜਾਏ ਆਪਣੇ ਖਾਏ, ਸਰਪਣੀ ਹੋ ਕੇ ਉਤਰੇ। ਇਹ ਮੱਤੇ ਮਾਇਆ ਦੀ ਮੰਗੀ, ਬੜੀ ਮਾਇਆ ਰੂਪ ਮੱਤ ਹੈ, ਆਪਣੇ ਚੇਲਿਆਂ ਨੂੰ ਖਾਣ ਵਾਲੀ। ਇਹ ਅਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟ ਆਈ ਨੇ। ਇਹ ਤਾਂ ਕਿਹਾ ਸੀ ਦੋ ਪਦਾਰਥ ਦੇ, ਦੋ ਪਦਾਰਥ, ਦੋਏ ਪਦਾਰਥਾਂ ਦਾ ਵਿਰੋਧ। ਵਿਚਾਰਲੇ ਦੋ ਪਦਾਰਥ ਭਗਤੀਦਾਰ ਮੁਕਤੀ ਦਾ, ਦੋਹਾਂ ਦਾ ਵਿਰੋਧ ਦੋਏ ਪਦਾਰਥ ਕਰੀ ਜਾਂਦੇ। ਅੱਜ ਜੋ ਚੰਡਾਲੀ ਹੋ ਗਈ ਬ੍ਰਾਹਮਣੀ, ਠੀਕ ਹੈ, ਦੋ ਪਦਾਰਥ ਠੀਕ ਨੇ, ਦੋ ਗਲਤ ਦੇ। ਠੀਕ ਹੈ ਜੀ, ਐਨੀ ਮਾਇਆ ਦੇ ਮੋਹ ਤੋਂ ਬਾਹਰ ਨਿਕਲ ਨਹੀਂ ਦੇਣਾ, ਮਾਇਆ ਦੇ ਵਿੱਚ ਡੁਬੋ ਕੇ ਮਾਰਨਾ। ਇਹ ਉਹ ਮਾਇਆ ਜਿਹੜੀ ਜਾਏ ਆਪਣੇ ਖਾਏ ਹੈ। ਇਹ ਤਾਂ ਇਹ ਗੱਲਾਂ ਲਿਖੀ ਹੋਈਆਂ ਨੇ। ਠੀਕ ਹੈ, ਇਹ ਨਕਸ਼ਾ ਪਿਆ ਸਾਡੇ ਕੋਲ। ਇਹ ਨਕਸ਼ੇ ਦੇ ਵਿੱਚ ਅਸੀਂ ਪੜ੍ਹ ਕੇ ਦੱਸ ਰਹੇ ਹਾਂ ਵੀ ਇਹ ਗੱਲ ਸੂਦੀ ਤੇ ਸ੍ਰੇਸ਼ਟ ਆਈ ਰੇ। ਅੰਦਰ ਚਨਾਲੀ, ਅੰਦਰ ਜੋ ਜਾ ਕੇ ਚਨਾਲੀ ਹੋ ਗਈ। ਦੋ ਪਦਾਰਥ ਠੀਕ ਨੇ, ਦੋ ਗਲਤ। ਦੋ ਮਤ ਗੁਰਮਤ ਵਾਲੇ ਨੇ, ਦੋ ਪਦਾਰਥ। ਠੀਕ ਹੈ ਜੀ, ਦੋ ਪਦਾਰਥ ਗੁਰਮਤ ਤੋਂ ਵਿਰੋਧੀ ਨੇ, ਫਸਾਉਣ ਮਾਇਆ ਚ ਫਸਾ ਕੇ ਰੱਖਣ ਵਾਲੇ ਨੇ। ਠੀਕ ਹੈ ਜੀ, ਹਾਂਜੀ। ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੈ ਸਦ ਗਾਵੇ। ਜੇ ਕੋ ਆਪਣਾ ਦੁੱਖ ਮਿਟਾਵੇ, ਜੇ ਕੋ ਆਪਣਾ ਦੁੱਖ ਮਿਟਾਉਣਾ ਚਾਹੁੰਦਾ ਨਾ, ਸੰਸਾਰ ਨੂੰ ਛੱਡਣਾ ਚਾਹੁੰਦਾ ਹੈ, ਉਵੇਂ ਰੋਗ ਹੈ ਨਾ, ਉਵੇਂ ਦੀਰਘ ਰੋਗ ਹੈ। ਸਾਰਾ ਨਾਮ ਹਿਰਦੈ ਸਦ ਗਾਵੇ। ਸਦਾ ਹੀ ਗੁਰਬਾਣੀ ਦਾ ਗਾਇਨ ਕਰਨਾ ਚਾਹੀਦਾ, ਗੁਰਬਾਣੀ ਨੂੰ ਉਚਾਰਨਾ ਚਾਹੀਦਾ। ਹਾਂਜੀ। ਜੇ ਕੋ ਆਪਣੀ ਸ਼ੋਭਾ ਲੋਰੈ, ਸਾਧ ਸੰਗੀ ਇਹ ਹਉਮੈ ਛੋਰੈ। ਦੇਖੋ ਆਪਣੀ ਸ਼ੋਭਾ ਲੋੜਦਾ, ਜੇ ਕਿਸੇ ਨੂੰ ਲੋੜ ਹੈ ਆਪਣੀ ਸ਼ੋਭਾ ਦੀ, ਤਾਂ ਸਾਧ ਦੀ ਸੰਗਤ ਕਰਕੇ ਹਉਮੈ ਛੱਡ ਦੇਵੇ। ਕੋਈ ਛੱਡੇ ਬਿਨਾਂ ਸ਼ੋਭਾ ਨਹੀਂ ਹੋਣੀ। ਹਉਮੈ ਵਾਲਾ ਆਪਣੀ ਸ਼ੋਭਾ ਲੋੜਦਾ। ਠੀਕ ਹੈ, ਹਉਮੈ ਵਾਲਾ ਆਪਣੀ ਸ਼ੋਭਾ ਲੋੜਦਾ। ਉਹ ਕਹਿੰਦੇ ਜੇ ਸ਼ੋਭਾ ਲੋੜਦਾ ਹਉਮੈ ਹੀ ਛੱਡ ਦੇ, ਆਪੇ ਸ਼ੋਭਾ ਹੋਊਗੀ। ਸ਼ੋਭਾ ਦੀ ਭੁੱਖ ਛੱਡ ਦੇ। ਹਉਮੈ ਕੀ ਹੈ? ਹਉਮੈ ਸ਼ੋਭਾ ਦੀ ਭੁੱਖ ਹੈ। ਜੇ ਸ਼ੋਭਾ ਦੀ ਭੁੱਖ ਛੱਡ ਦੇ, ਮੈਂ ਸ਼ੋਭਾ ਤੇਰੇ ਪਿੱਛੇ ਪਿੱਛੇ ਫਿਰੂ। ਹਾਂ, ਇਹਦੀ ਭੁੱਖ ਛੱਡ ਦੇ, ਇਹਦੇ ਪਿੱਛੇ ਸ਼ੋਭਾ ਦੇ ਪਿੱਛੇ ਤੂੰ ਨਾ ਭੱਜ, ਤੇਰੇ ਪਿੱਛੇ ਸ਼ੋਭਾ ਭੱਜੂਗੀ।
ਠੀਕ ਹੈ ਜੀ। ਉਹਦੇ ਪਿੱਛੇ ਭੱਜੇ ਨੇ, ਉਹਨਾਂ ਨੂੰ ਬਦਲ ਵੀ ਮਿਲੀ ਹੈ, ਉਹਨਾਂ ਨੂੰ ਪਤਾ ਨਹੀਂ ਮਿਲੀ ਸੰਸਾਰ ਚ। ਠੀਕ ਹੈ ਜੀ। ਹਾਂਜੀ। ਸਾਧ ਸੰਗੀ ਤੋਂ ਦੱਸੋ ਜੀ ਫਿਰ ਦੁਬਾਰਾ, ਸਾਧ ਸੰਗੀ ਤੋਂ ਕੀ ਭਾਵ ਬਣਦਾ? ਕੋਈ ਬਾਹਰ ਸਾਧ ਲੱਭੀਏ? ਆਪਣੇ ਇੱਕ ਮਨ ਇੱਕ ਚਿੱਤ ਹੋ ਕੇ, ਠੀਕ ਹੈ ਜੀ। ਆਪਣੇ ਮੂਲ ਨਾਲ ਜੁੜ ਕੇ, ਮੂਲ ਨਾਲ ਜੁੜ ਕੇ ਉਹ ਵੀ ਛੱਡ ਦੇ। ਠੀਕ ਹੈ ਜੀ। ਹਾਂ ਹਾਂਜੀ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸ਼ਰਣੀ ਪਰੈ। ਜੇ ਕਿਸੇ ਨੂੰ ਕਹਿੰਦੇ ਜਨਮ ਮਰਨ ਤੋਂ ਡਰ ਲੱਗਦਾ, ਆ ਜਿਹੜੇ ਸਾਧ ਆਪਣੇ ਅੰਤਰਾਤਮਾ ਦੀ ਛੱਡ ਚਲੇ ਜਾਓ, ਉੱਥੇ ਜਨਮ ਮਰਨ ਕੱਟਿਆ ਜਾਂਦਾ। ਸਾਧ ਜਨਾ ਕੀ ਸ਼ਰਣੀ ਪਰੈ। ਅੱਗੇ ਇੱਕ ਗੱਲ ਹੋਰ ਹੈ, ਇੱਥੇ ਤੱਕ ਦੋ ਪਦਾਰਥ ਦੀ ਗੱਲ ਹੈ। ਦੇਖੋ ਜਨਮ ਮਰਨ ਤੇ ਡਰ ਹੈ, ਮੁਕਤੀ ਮਿਲ ਗਈ, ਜਨਮ ਮਰਨ ਕੱਟਿਆ ਗਿਆ। ਪਰ ਇਸ ਤੋਂ ਅੱਗੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਅੱਗੇ ਇਹ ਦੋ ਪਦਾਰਥ ਅਗਲਾ ਪ੍ਰਭ ਦਰਸ ਪਿਆਸਾ, ਜਿਹਨੂੰ ਸ਼ਬਦ ਗੁਰੂ ਦੀ ਫਿਰ ਪਿਆਸ ਹੈ ਨਾ, ਨਾਨਕ ਤਾਰੇ ਬਲ ਬਲ ਰਹਿੰਦਾ। ਉਹਨਾਂ ਦੇ ਤਾਂ ਕਹਿਣਾ ਕੀ ਹੈ, ਕਹਿੰਦਾ ਉਹਨਾਂ ਦੇ ਤਾਂ ਬਲਿਹਾਰੀ ਬਲਿਹਾਰੀ ਕੁਰਬਾਨ ਕੁਰਬਾਨ ਜਾਂਦੇ ਹੋ। ਉਹਨਾਂ ਦਾ ਤਾਂ ਕਹਿਣਾ ਕੀ ਹੈ, ਉਹਨਾਂ ਬਾਰੇ ਵੀ ਕੁਝ ਕਿਹਾ ਜਾ ਸਕਦਾ। ਨਾਨਕ ਇੰਨਾ ਹੀ ਕਹਿ ਸਕਦਾ, ਮੈਂ ਉਹਨਾਂ ਦੇ ਕੁਰਬਾਨ ਜਾਂਦੇ। ਇਹਨਾਂ ਨੂੰ ਚੌਥੇ ਪਦਾਰਥ ਦੀ ਲੋੜ ਪੈਗੀ ਨਾ, ਨੌ ਪਦਾਰਥ ਦੀ ਲੋੜ, 30 ਪਦਾਰਥ ਦੀ ਲੋੜ ਹੈ, ਨੌ ਪਦਾਰਥ ਦੀ। ਜਨਮ ਤਾਂ ਉਹਨਾਂ ਨੂੰ ਮਿਲੇ ਜਾਣਾ, ਜਨਮ ਤਾਂ ਸਿੱਕੇ ਦਾ ਦੂਆ ਪਹਿਲੂ ਹੈ। ਇਹਨਾਂ ਨੂੰ ਨਾਮ ਦੀ ਲੋੜ ਪੈਗੀ ਨਾ, ਬਸ ਉਹ ਨਾਮ ਤੱਕੇ ਬਲ ਬਲ ਜਾਂਦਾ ਹੈ। ਤੋਂ ਜ਼ਿਆਦਾ ਨਹੀਂ ਕੁਝ ਕਿਹਾ ਜਾ ਸਕਦਾ ਉਹਦੇ ਬਾਰੇ। ਠੀਕ ਹੈ। ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਸਾਧ ਸੰਗੀ ਜਾਂ ਕਾ ਮਿਟੇ ਅਭਿਮਾਨ। ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਸਾਰੇ ਪੁਰਖਾਂ ਦੇ ਵਿੱਚੋਂ ਪੁਰਖ ਪ੍ਰਧਾਨ ਹੈ। ਸਾਧ ਸੰਗੀ ਆਪਣੇ ਸਾਧ ਦਾ ਜਿਹੜਾ ਸੰਗੀ ਹੋਵੇ, ਇੱਕ ਬੰਦ ਇੱਕ ਚਿੱਤ ਰਹਿੰਦਾ, ਆਪਣੇ ਮੂਲ ਨਾਲ ਜੁੜਿਆ ਹੋਇਆ ਰਹਿੰਦਾ ਹੈ। ਜਾਂ ਕਾ ਮਿਟੇ ਅਭਿਮਾਨ, ਦੇਖੋ ਨਾ ਉੱਪਰ ਕਿਹਾ ਸੀ ਅਭਿਮਾਨ ਬਟਾ ਲੈ, ਜਿਹਨੇ ਬਟਾ ਲਿਆ ਉਹਦੀ ਗੱਲ ਚੱਲ ਪਈ ਆ। ਉਹ ਜਿਹਨੇ ਬਟਾ ਲਿਆ ਉਹਦੀ ਗੱਲ ਚੱਲ ਪਈ ਅੱਗੇ। ਜਿਹਨੇ ਆਪਣਾ ਮਨ ਸਾਧ ਲਿਆ, ਆਪਣੇ ਮੂਲ ਨਾਲ ਜੁੜ ਗਿਆ, ਆਪਣੇ ਮੂਲ ਨਾਲ ਜੁੜਿਆ ਰਹਿੰਦਾ, ਆਪਣੇ ਸਤਿਗੁਰ ਦੇ ਭਾਣੇ ਚੱਲਦਾ, ਜਿਹੜਾ ਗੁਰ ਕੇ ਭਾਣੇ ਚੱਲਦਾ ਹੈ, ਆਪਣਾ ਹੰਕਾਰ ਛੱਡ ਕੇ, ਆਪਣੀ ਮਰਜ਼ੀ ਛੱਡ ਕੇ, ਉਹ ਸਗਲ ਪੁਰਖ ਮਹਿ ਪੁਰਖ ਪ੍ਰਧਾਨ। ਜਿੰਨੇ ਮਰਜ਼ੀ ਦੁਨੀਆ ਦੇ ਵਿੱਚ ਪੁਰਖ ਕੌਣ ਹੁੰਦਾ? ਪੁਰਖ ਹੁੰਦਾ ਉਹ ਪ੍ਰਚਾਰਕ, ਉਹ ਮੱਤ ਦਾ ਪ੍ਰਚਾਰਕ, ਜਿਹੜਾ ਮੱਤ ਦਾ ਸ੍ਰੇਸ਼ਟ ਹੋਵੇ, ਜਿਹੜਾ ਕਿਸੇ ਵੀ ਮੱਤ ਦਾ ਸਭ ਤੋਂ ਵੱਡਾ ਹੋਵੇ ਨਾ, ਪੁਰਖ ਹੁੰਦਾ। ਦੂਜਿਆਂ ਦਾ ਗਿਆਨ ਪੂਰਾ ਕਰ ਲਿਆ ਹੁੰਦਾ ਨਾ ਉਹ। ਠੀਕ ਹੈ ਜੀ। ਦੀਆਂ ਮੱਤਾਂ ਨੇ ਜਿੰਨੇ ਉਹਨਾਂ ਦੇ ਗੁਰੂ ਨੇ, ਉਹਨਾਂ ਸਾਰਿਆਂ ਗੁਰੂਆਂ ਚੋਂ ਪ੍ਰਧਾਨ ਕੌਣ ਹੁੰਦਾ? ਜਿਹਨੇ ਆਪਣਾ ਹੰਕਾਰ ਮਿਟਾ ਕੇ, ਜਿਹੜਾ ਗੁਰ ਕੇ ਬਣ ਜਾਂਦਾ, ਗੁਰਮੁਖ ਗੁਰਸਿੱਖ, ਉਹ ਗੁਰਸਿੱਖ ਹੈ। ਗੁਰਸਿੱਖ ਦੀ ਐਡੀ ਪਦਵੀ ਹੈ, ਆਪਣੇ ਮੂਲ ਨਾਲ ਜੁੜ ਕੇ ਜਿਹੜਾ ਹੰਕਾਰ ਦੂਰ ਕਰ ਲੈਂਦਾ, ਠੀਕ ਹੈ, ਉਹ ਸਾਡੇ ਚ ਪ੍ਰਧਾਨ। ਹਾਂਜੀ। ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਆਪਣੇ ਆਪ ਨੂੰ ਜਿਹੜਾ ਨੀਚਾ ਜਾਣ ਕੇ ਚੱਲਦਾ ਹੈ, ਨੀਚਾ ਬਣਦਾ ਹੈ, ਜਿਹੜਾ ਆਪਣੇ ਆਪ ਨੂੰ ਦਾਸ ਕਹਿੰਦਾ, ਦਾਸ ਮੰਨਦਾ ਹੈ ਅੰਦਰੋਂ, ਸੋ ਗਣੀਏ ਸਭ ਤੇ ਉੱਚਾ। ਉਹ ਮੈਂ ਸਮਝੋ ਸਭ ਤੇ ਉੱਚਾ ਹੈ ਅਸਲ ਚ। ਉਹ ਜਿਹੜੇ ਜਿੰਨੇ ਵੀ ਦੁਨੀਆ ਦੇ ਵਿੱਚ ਵੱਡੇ ਆਦਮੀ ਨੇ ਨਾ, ਪੰਡਤ ਸੂਰ ਛਤਰਪਤੀ ਰਾਜੇ, ਜਿਹੜੇ ਸਾਰਿਆਂ ਚੋਂ ਵੱਡਾ ਹੈ ਉਹ ਭਗਤ। ਉਹ ਭਗਤ ਹੈ, ਭਗਤ ਬਰਾਬਰ ਹੋਰ ਨਾ ਹੋਏ।
ਉਹਦੇ ਬਰਾਬਰ ਕੋਈ ਨਹੀਂ, ਪਰ ਉਹ ਕਹਿੰਦਾ ਮੈਂ ਦਾਸ ਹਾਂ। ਉਹ ਦਾਸ ਹੈ, ਨਾਨਕ ਤਾਹੀ ਦਾਸ ਹੈ, ਗੋਬਿੰਦ ਤਾਹੀ ਦਾਸ ਹੈ, ਕਬੀਰ ਤਾਹੀ ਦਾਸ ਹੈ। ਉਹ ਦਾਸ ਨੇ, ਦਰਗਾਹ ਚ ਕਹਿੰਦੇ ਨੇ ਵੱਡੇ ਨੇ, ਗੁਰਮੁਖ ਕਹਿੰਦੇ ਨੇ ਵੱਡੇ ਉਹਨਾਂ ਨੂੰ, ਗੁਰਮੁਖ ਮੰਨਦੇ ਨੇ ਵੱਡੇ, ਸੰਸਾਰ ਨਹੀਂ ਮੰਨਦਾ ਵੱਡੇ ਉਹਨਾਂ ਨੂੰ। ਆਵਾਜ਼ ਉਹਨਾਂ ਨੇ ਸੰਸਾਰ ਤੇ ਕੀ ਲੈਣਾ, ਸੰਸਾਰ ਵੱਡੇ ਮੰਨਦਾ ਨਹੀਂ ਮੰਨਦਾ ਉਹਨਾਂ ਨੇ ਕੀ ਕਹਿਣਾ। ਵੱਡਾ ਤਾਂ ਉਹ ਜਿਹਨੂੰ ਦਰਗਾਹ ਚ ਵੱਡਾ ਮੰਨਿਆ ਜਾਂਦਾ। ਕਹਾਂ ਕਿਹਨੂੰ ਵੱਡਾ ਮੰਨਦੇ ਨੇ ਕਿਹਨੂੰ ਛੋਟਾ ਮੰਨਦੇ ਨੇ ਉਹਦਾ ਫਿਕਰ ਹੈ ਉਹਨਾਂ ਨੂੰ, ਕਹਾਂ ਦਾ ਇੱਥੇ ਦਾ ਨਹੀਂ ਫਿਕਰ। ਹਾਂਜੀ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿੰਨ ਘਟ ਘਟ ਚੀਨਾ। ਜਿਹਦਾ ਮਨ ਸਗਲ ਕੀ ਰੀਨਾ, ਸਗਲ ਕੀ ਰੀਨਾ ਕੀ ਹੈ? ਅੱਛਾ ਜੀ। ਉਹ ਐਸੀ ਦਵਾਈ ਬਰੀਕ ਹੈ, ਮਹਿੰਦੀ ਕਰਕੇ ਘਾਲਿਆ ਕਬੀਰ ਕਹਿੰਦਾ ਆਪ ਪਿਸਾਏ ਪਿਸਾਏ। ਮੈਂ ਮਨ ਨੂੰ ਮਹਿੰਦੀ ਵਰਗਾ ਬਣਾਤਾ, ਡਲੀ ਨਹੀਂ ਕੋਈ ਛੱਡੀ, ਅੱਗੇ ਕਿਸੇ ਦੀ ਅੱਖ ਚ ਨਾ ਲੜਕੇ। ਐਸੀ ਸਗਲ ਕੀ ਰੀਨਾ ਜਿਹੜੀ ਬੁੱਧੀ ਚ ਮਰਜੀ ਪਾ ਦੋ ਉਹਨੂੰ ਗਿਆਨਵਾਨ ਕਰ ਦਿੰਦਾ, ਉਹਦੀ ਰੋਸ਼ਨੀ ਤੇਜ਼ ਕਰ ਦਿੰਦਾ। ਸਗਲ ਦਾ ਮਤਲਬ ਇਹ ਕਿਸੇ ਮਤ ਦੀ ਬੁੱਧੀ ਹੋਵੇ, ਜੇ ਗੁਰਮਤ ਦੀ ਸੋਝੀ ਰੂਪੀ ਸੁਰਮਾ ਉਹ ਬੁੱਧੀ ਚ ਪੈ ਜਾਵੇ, ਜਦੇ ਜਰਾ ਤੇਜ ਹੋ ਜਾਂਦੀ ਹੈ, ਜਦੇ ਗਿਆਨ ਪ੍ਰਗਟ ਹੋ ਜਾਂਦਾ, ਹੋਸ਼ ਆ ਜਾਂਦੀ ਹੈ ਵੀ ਉਹ ਅੱਛਾ ਆਹ ਗੱਲ ਹੈ ਜੀ ਹੈ ਮਤ, ਉਹਦੀ ਜਦੇ ਬੁੱਧੀ ਤੇਜ਼ ਹੋ ਜਾਂਦੀ ਹੈ। ਸਗਲ ਕੀ ਸਾਰੀਆਂ ਮੱਤਾਂ ਵਾਸਤੇ ਰੋਸ਼ਨੀ ਦਾਇਕ ਹੈ। ਇਹ ਸੁਰਮਾ ਕਿਸੇ ਵੀ ਅੱਖ ਨੂੰ ਅਲਰਜੀ ਨਹੀਂ ਕਰਦਾ ਹੈ, ਨਿਗਾਹ ਨਹੀਂ ਘਟਾਉਂਦਾ, ਕਿਸੇ ਦੀ ਬਣਾਉਂਦਾ ਹੀ ਹੈ, ਸਭ ਦੀ, ਸਭ ਦਾ ਗਿਆਨ ਵਰਧਕ ਹੈ, ਸਭ ਨੂੰ ਗਿਆਨ ਦਿੰਦਾ ਸਾਰੀਆਂ ਮੱਤਾਂ। ਜਿਸ ਕਾ ਮਨ ਹੋਏ ਸਗਲ ਕੀ, ਸਾਰਿਆਂ ਦਾ ਭਲਾ ਕਰਨ ਵਾਲਾ ਹੋਵੇ, ਜਿਹਦਾ ਮਨ ਸਾਰਿਆਂ ਦਾ ਭਲਾ ਸੋਚਣ ਵਾਲਾ ਹੋਵੇ, ਸਾਰਿਆਂ ਦਾ ਭਲਾ ਕਰਨ ਦੇ ਸਮਰੱਥ ਵੀ ਹੋਵੇ, ਉਹ ਸਗਲ ਕੀ। ਅੱਛਾ। ਹਰ ਹਰ ਨਾਮ ਤਿੰਨ ਘਟ ਘਟ ਚੀਨਾ, ਹਰ ਹਰ ਨਾਮ ਘਟ ਘਟ ਚੀਨਾ। ਉਹਨੂੰ ਪਤਾ ਹਰ ਨਾਮ ਸਾਰਿਆਂ ਦੇ ਹਿਰਦੇ ਚ, ਉਹਨੇ ਖੋਜ ਲਿਆ। ਅੰਤਰਾਤਮਾ ਦੀ ਆਵਾਜ਼ ਸਾਰਿਆਂ ਦੇ ਹਿਰਦੇ ਚ, ਉਹਨੂੰ ਪਤਾ ਹੈ ਇਸ ਗੱਲ ਦਾ। ਉਹਦੀ ਗੱਲ ਸਾਰਿਆਂ ਨਾਲ ਤਾਂ ਮੇਲ ਖਾਂਦੀ ਹੈ, ਸਾਰਿਆਂ ਦੇ ਅੰਦਰ ਹੈ ਨਾਮ, ਸੱਚ ਸਾਰਿਆਂ ਦੇ ਅੰਦਰ ਹੈ। ਅੰਤਰਾਤਮਾ ਦੀ ਆਵਾਜ਼ ਨੂੰ ਟੁੰਬਦੀ ਹੈ ਇਹ ਗੱਲ ਗੁਰਮਤ ਦੀ। ਜੇ ਸਹੀ ਗੁਰਮਤ ਦੀ ਸੋਝੀ ਹੈ ਨਾ ਜਿਹੜੀ ਸਹੀ ਗੱਲ, ਉਹ ਤਾਂ ਨਹੀਂ ਕਿਸੇ ਨੂੰ ਬੁਰੀ ਲੱਗਦੀ। ਜੇ ਗੱਲ ਸਹੀ ਨਹੀਂ, ਅਸੀਂ ਕੋਈ ਹੋਰ ਮੁਲੰਮਾ ਲਾਇਆ, ਫੇਰ ਕੋਈ ਆਦਮੀ ਨੂੰ ਲੱਗਦੀ ਹੈ। ਇਹਦੇ ਸੰਪਰਦਾਇਕ ਅਰਥ ਨੇ ਸਾਡੇ ਕੋਲ। ਸਾਡੇ ਤਾਂ ਗਿਆਨੀ ਵੀ ਆਪਣੇ ਆਪ ਨੂੰ ਸੰਪਰਦਾਇ ਕਹਿੰਦੇ ਨੇ, ਜੇ ਸੰਪਰਦਾਇ ਹੋ ਤੁਸੀਂ ਦਾਈ ਹੋ, ਤਾਂ ਗੁਰਮਤ ਨਹੀਂ, ਗੁਰਮਤ ਵਾਲੇ ਉਹ ਤਾਂ ਇੱਕ ਬਾਉਂਡਰੀ ਦੇ ਬੰਦਾ ਸੰਪਰਦਾਇ ਤਾਂ। ਸਿੱਖ ਕੋਈ ਕੌਮ ਨਹੀਂ ਹੈ, ਜਿਹੜੇ ਸਿੱਖ ਨੂੰ ਕੌਮ ਕਹਿੰਦੇ ਸੰਪਰਦਾਇ ਆਦਮੀ, ਸਿੱਖ ਕੋਈ ਸੰਪਰਦਾਇ ਨਹੀਂ। ਸਿੱਖ ਤਾਂ ਇੱਕੋ ਹੀ ਸ੍ਰਿਸ਼ਟੀ ਸਾਰੀ ਸਿੱਖੇ, ਛੋਟੀ ਸਗਲ ਸ੍ਰਿਸ਼ਟ ਤਾਰਨ ਕੋ, ਤੁਸੀਂ ਕਹਿੰਦਾ ਕਹਿ ਸਕਦੇ ਹੋ। ਸਿੱਖ ਕੌਮ ਅਲੱਗ ਹੈ, ਹੋਣਗੀਆਂ ਅਲੱਗ ਸੰਪਰਦਾਇ ਨੇ ਜਿਹੜੇ, ਬਾਕੀ ਮੱਤਾਂ ਸਭ ਸੰਪਰਦਾਈ ਨੇ। ਗੁਰਮਤ ਸੰਪਰਦਾਈ ਮਤ ਨਹੀਂ ਹੈ, ਗੁਰਮਤ ਅੰਤਰਾਤਮਾ ਦੀ ਆਵਾਜ਼ ਹੈ, ਸਭ ਦੇ ਅੰਦਰ ਹੈ। ਹਰ ਹਰ ਨਾਮ ਤੇ ਘੱਟ ਘੱਟ ਚੀਜ਼, ਘੱਟ ਕਰਕੇ ਵਿੱਚ ਹੈ ਹਰਜੂ। ਤੁਸੀਂ ਸੰਪਰਦਾਇ ਕਿਵੇਂ ਲਗਾ ਸਕਦੇ ਹੋ? ਸੰਪਰਦਾਇ ਕਹਿਣੇ ਵਾਲਿਆਂ ਨੂੰ ਗੁਰਮਤ ਦੀ ਸਮਝ ਨਹੀਂ ਹੈ, ਸਮਝ ਨਹੀਂ ਆਈ, ਕਿਸੇ ਹੋਰ ਮਤ ਦਾ ਪ੍ਰਭਾਵ ਹੈ। ਹਾਂਜੀ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਇਹਨੇ ਆਪਣੇ ਮਨ ਤੋਂ ਸਾਰਿਆ ਬੁਰਾਈ ਮਿਟਾਤੀ, ਮਨ ਆਪਣੇ ਤੇ ਬੁਰਾ ਕਰਨਾ। ਇਹਦੇ ਮਨ ਇਹਨੂੰ ਕੋਈ ਬੁਰਾ ਲੱਗਦਾ ਹੀ ਨਹੀਂ,
ਤੇ ਫਿਰ ਉਹ ਕੌਮ ਕਿਵੇਂ ਕਹਿ ਦੂਗਾ? ਉਹਨੂੰ ਕੋਈ ਵੀ ਨਹੀਂ ਬੁਰਾ ਲੱਗਦਾ। ਸਿੱਖਾਂ ਨੂੰ ਤਾਂ ਗੈਰ ਸਿੱਖ ਬੁਰੇ ਲੱਗਦੇ ਨੇ, ਜਿਹੜੇ ਆਪਣਾ ਨੂੰ ਸਿੱਖ ਮੰਨਦੇ ਨੇ ਨਾ, ਉਹਨਾਂ ਨੂੰ ਸਿੱਖ ਚੰਗੇ ਲੱਗਦੇ ਨੇ। ਗੈਰ ਸਿੱਖ ਜਿਹੜੇ, ਗੈਰ ਸਿੱਖ ਦਾ ਮਤਲਬ ਗੈਰ ਸਿੱਖ ਨਹੀਂ ਕੋਈ ਵੀ ਹੈਗਾ, ਉਹਨਾਂ ਦੇ ਹਿਸਾਬ ਨਾਲ ਗੈਰ ਸਿੱਖ ਨੇ ਜਿਹੜੇ, ਉਹਨਾਂ ਦੇ ਹਿਸਾਬ ਨਾਲ। ਗੁਰਬਾਣੀ ਦੀ ਗੈਰ ਸਿੱਖ ਕਿਸੇ ਨੂੰ ਬੁੱਧੀ, ਗੁਰਬਾਣੀ ਦਾ ਕਹਿੰਦੀ ਹੈ ਹਰ ਹਰ ਨਾਮ ਤੇ ਘੱਟ ਘੱਟ ਚੀਜ਼ਾਂ, ਘੱਟ ਘੱਟ ਕੇ ਹਰ ਜੂ ਬਸਦਾ। ਗੈਰ ਸਿੱਖ ਤਾਂ ਕੋਈ ਵੀ ਨਹੀਂ ਹੈ। ਲੋੜ ਹੈ ਉਹਦੀ ਆਤਮਾ ਨੂੰ ਜਗਾਉਣ ਦੀ, ਲੋੜ ਹੈ ਉਸ ਆਦਮੀ ਨੂੰ ਸਮਝਾਉਣ ਦੀ, ਭਾਈ ਤੂੰ ਵੀ ਸਿੱਖ ਹੈ। ਪਰ ਅਸੀਂ ਤਾਂ ਫਤਵਾ ਦੇਤਾ, ਤੂੰ ਤਾਂ ਸਿੱਖੇ ਨਹੀਂ। ਮੈਂ ਉਹ ਸਿੱਖਾਂ, ਮੇਰੇ ਦਾੜੀ ਹੈ, ਮੇਰੇ ਕੇਸ ਨੇ, ਮੇਰੇ ਕਿਰਪਾਨ ਪਾਈ ਹੋਈ ਹੈ। ਗੁਰਮਤਿ ਤੋਂ ਵਿਰੋਧੀ ਪ੍ਰਚਾਰ ਕਰਤਾ ਅਸੀਂ, ਬਹੁਤ ਬੜੇ ਅਪਰਾਧੀ ਹਾਂ ਅਸੀਂ ਇਸ ਵਕਤ। ਗੁਰੂ ਦੀ ਨਗਾਹ ਚ ਗੁਰੂ ਦੀ ਦਰਗਾਹ ਤਾਂ ਅਸੀਂ ਅਪਰਾਧੀ ਹਾਂ। ਆਪਣੇ ਆਪ ਨੂੰ ਅਸੀਂ ਮੰਨੀਏ ਨਾ ਮੰਨੀਏ, ਕੋਈ ਵੀ ਨਹੀਂ ਮੰਨਦਾ ਇੱਥੇ ਤਾਂ ਆਪਣੇ ਆਪ। ਗੁਰਬਾਣੀ ਦੇ ਜੇ ਦ੍ਰਿਸ਼ਟੀਕੋਣ ਤੋਂ ਦੇਖੀਏ ਨਾ, ਇਮਾਨਦਾਰੀ ਨਾਲ ਫਿਰ ਅਪਰਾਧੀ। ਲੋੜ ਹੈ ਹੁਣ ਵਿਚਾਰਨ ਦੀ ਇਸ ਗੱਲ ਨੂੰ। ਅਸੀਂ ਆਪ ਸਿੱਖ ਹੋ ਕੇ ਗੁਰਮਤਿ ਤੋਂ ਖਿਲਾਫ ਖੜੇ ਹਾਂ, ਗਲਤੀ ਨਾਲ ਖੜੇ ਹਾਂ, ਚਲੋ ਭੁਲੇਖੇ ਨਾਲ ਖੜੇ ਹਾਂ, ਪਰ ਸਾਨੂੰ ਸਾਡਾ ਹੀ ਫਰਜ਼ ਬਣਦਾ ਗੁਰਮਤਿ ਦਾ ਪ੍ਰਚਾਰ ਕਰਨਾ। ਅਸੀਂ ਪਿਛਲੀ ਮਾਫੀ ਮੰਗੀਏ, ਪਿਛਲੇ ਔਗਣ ਬਖਸ਼ਾਈਏ, ਪਰਮੇਸ਼ਰ ਨੂੰ ਕਹੀਏ ਅੱਗੇ ਮਾਰਗ ਪਾਵਾ, ਪਿਛਲੇ ਔਗਣ ਬਖਸ਼ ਲੈ, ਅੱਗੇ ਮਾਰਗ ਪਾਵਾ। ਕੋਈ ਨਹੀਂ ਬਖਸ਼ਣ ਯੋਗ ਹੈ। ਜਿਹੜਾ ਗਲਤੀ ਹੋਣੀ ਤਾਂ ਇਨਸਾਨ ਤੇ ਕੋਈ ਵੱਡੀ ਗੱਲ ਨਹੀਂ, ਭੁੱਲਣਾ ਤਾਂ ਸਭ ਕੋ ਹੈ। ਭੁੱਲ ਗੁਰੂ ਕਰਤਾਰ, ਗੁਰੂ ਕਰਤਾਰ ਤਾਂ ਭੁੱਲ ਹੈ। ਬਖਸ਼ੇ ਜਾ ਸਕਦੇ ਨੇ ਜੇ ਹੁਣ ਵੀ ਸਿੱਧੇ ਮਾਰਗ ਤੇ ਆ ਜਾਣ। ਕੋਈ ਕੁਝ ਨਹੀਂ ਵਿਗੜਿਆ, ਅਜਿਹਾ ਕੁਝ ਵਿਗੜਿਆ ਨਹੀਂ ਤਾਂ ਹਰ ਗੁਣ ਗਾਵਾ। ਉਹ ਵਿਗੜਿਆ ਕੱਖ ਵੀ ਨਹੀਂ ਹੈਗਾ। ਜੇ ਹੁਣ ਵੀ ਆ ਜਾਓ ਰਸਤੇ ਤੇ, ਕੀ ਵਿਗੜ ਗਿਆ? ਹਾਂਜੀ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਜਿਹੜਾ ਹਰਦਾ ਜਾਣਾ ਉਹ ਸੁੱਖ ਦੁੱਖ ਨੂੰ ਇੱਕੋ ਹੀ ਨਿਗਾਹ ਨਾਲ ਦੇਖਦਾ। ਉਹ ਸੁੱਖ ਦੁੱਖ ਉਹਦੇ ਖਾਤਰ ਦੋਏ ਕੋਈ ਨਹੀਂ। ਸੰਸਾਰ ਦੀ ਕੋਈ ਮਤ ਸੁੱਖ ਦੁੱਖ ਨੂੰ ਇੱਕ ਨਹੀਂ ਮੰਨਦੀ, ਗੁਰਮਤਿ ਮੰਨਦੀ ਹੈ। ਜਿਹੜੇ ਗੁਰਮਤਿ ਦੇ ਧਾਰਨੀ ਨੇ ਉਹ ਤਾਂ ਇੱਕ ਮੰਨਦੇ ਨੇ, ਜਿਹੜੇ ਸਿੱਖ ਇੱਕ ਨਹੀਂ ਮੰਨਦੇ ਉਹਨਾਂ ਦੀ ਕਿਤੇ ਨਾ ਕਿਤੇ ਫਿਰ ਗੁਰਮਤਿ ਦੇ ਮੰਨਣ ਸਭ ਕਮੀ ਹੈ। ਉਹ ਕਮੀ ਨੂੰ ਦੂਰ ਕਰਨਾ ਚਾਹੀਦਾ ਸਿੱਖ ਪਾਉਣ ਵਾਸਤੇ। ਸਭ ਕਰਕੇ ਮੰਨਣਾ ਚਾਹੀਦਾ। ਨਾਨਕ ਪਾਪ ਪੁੰਨ ਨਹੀਂ ਲੇਪਾ, ਜੇ ਸੁੱਖਾ ਦੁੱਖ ਨੂੰ ਸਮਾਨ ਮੰਨ ਲਈਏ, ਪਾਪ ਪੁੰਨ ਦਾ ਲੇਪ ਚੜ੍ਹਦਾ ਹੀ ਨਹੀਂ। ਫਿਰ ਪਾਪ ਨਹੀਂ ਲੱਗਦਾ, ਪਾਪ ਪੁੰਨ ਨਹੀਂ ਲੱਗਦਾ ਸਾਨੂੰ। ਸੁੱਖ ਦੁੱਖ ਨੂੰ ਸਭ ਕਰਕੇ ਮੰਨਣ ਵਾਲਿਆਂ ਨੂੰ ਪਾਪ ਨਹੀਂ ਚੜ੍ਹਦਾ ਕੋਈ ਵੀ, ਨਾ ਪੁੰਨ ਨਾ ਪਾਪ, ਇਹਦਾ ਲੇਪ ਲੱਗਦਾ ਹੀ ਨਹੀਂ। ਹਾਂਜੀ, ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇਂ ਕੋ ਨਾਉ ਤੇਰਾ ਥਾਉ। ਜੇ ਸੰਸਾਰ 'ਚ ਕੋਈ ਨਿਰਧਨ ਹੋਵੇ, ਉਹ ਇਹਦਾ ਨਾਮ ਹੈ, ਉਹ ਧਨ ਹੈ ਉਹਦੇ ਵਾਸਤੇ। ਨਿਰਧਨ ਕੋ ਧਨ ਤੇਰੋ ਨਾਉ, ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਉਹ ਨਿਰਧਨ ਜਿਹਦੇ ਕੋਲ ਨਾਮ ਹੈ ਨਹੀਂ, ਕਮਾਲ ਹੈ ਉਹ। ਜਿਹਦੇ ਕੋਲ ਤੇਰਾ ਨਾਮ ਹੈ, ਤੇਰਾ ਗੁਣ ਹੈ, ਤੇਰਾ ਗਿਆਨ ਹੈ, ਗੁਰਮਤਿ ਦੀ ਸੋਝੀ ਹੈ, ਗੁਰਮਤਿ ਵਾਲੇ ਗੁਣ ਹਨ, ਉਹ ਧੰਨਵਾਨ। ਹੋਰ ਦੁਨਿਆਵੀ ਧਨ ਜਿੰਨਾ ਮਰਜ਼ੀ ਹੋਵੇ, ਤੇ ਸੋਝੀ ਗੁਰਬਾਣੀ ਦੀ ਵੀ ਫਿਰ ਨਿਰਧਨ। ਪਰਮੇਸ਼ਰ ਦੀ ਨਿਗਾਹ 'ਚ ਨਿਰਧਨ। ਜਿਹੜਾ ਦ੍ਰਿਸ਼ਟੀਕੋਣ ਦਰਗਾਹ ਹੈ ਉਹਦੇ ਹਿਸਾਬ ਨਾਲ ਨਿਰਧਨ। ਗੁਰਬਾਣੀ ਦਰਗਾਹ 'ਚ ਬੋਲੀ ਹੋਈ ਹੈ, ਇੱਥੇ ਦੀ ਬੋਲੀ ਨਹੀਂ ਹੈ। ਇੱਥੇ ਆਹੀ ਗੱਲ ਦਾ ਹੈਗਾ ਉਲਟ ਫੇਰ ਪੈਂਦਾ। ਅਸੀਂ ਆਪਣੀ ਬੋਲੀ ਦੀ ਅਰਥ ਲਾਉਂਦੇ ਹਾਂ, ਬੋਲੀ ਦਰਗਾਹ ਦੀ ਹੈ, ਸੱਚਖੰਡ ਦੀ ਬੋਲੀ। ਉੱਥੇ ਨਿਰਧਨ ਮੰਨਦੇ ਨੇ ਜਿਹਦੇ ਕੋਲ ਨਾਮ ਨਹੀਂ ਹੈ।
ਉਹ ਨਿਰਧਨ ਵੀ ਹੈ, ਸਨਾਤ ਨੀਚ ਵੀ ਹੈ। ਖਸਮ ਬਸਾਰੇ ਤੇ ਕਮਜਾਤ ਨਾਨਕ ਨਾਵਾ ਬਹੁਤ ਸਨਾਤ। ਨਾਮ ਤੋਂ ਬਿਨਾਂ ਸਾਰੇ ਨੀਚ ਨੇ। ਜਿਹਦੇ ਕੋਲ ਧਨ ਨਾਮ ਤਾਂ ਨਹੀਂ ਹੈ, ਨਿਰਧਨ ਨੇ। ਨਿਰਧਨ ਕੋ ਧਨ ਦੇ ਉਹਦੇ ਬਾਅਦ ਤੇ ਤੇਰਾ ਨਾਮ ਜੋ ਹੋ ਜਾ ਧਨਵਾਨ ਹੋ ਜਾ। ਨਿਥਾਵੇਂ ਕੋ ਨਾਮ ਤੇਰਾ ਥਾਂ। ਜੇ ਕੋਈ ਨਾ ਥਾਂ ਹੈ ਉਹਦੇ ਬਾਅਦ ਤੇਰਾ ਜਿਹੜਾ ਨਾਮ ਆ ਥਾਂ ਹੋ ਜਾਂਦਾ। ਇਹ ਔਖੀ ਮਤਲਬ ਹੈ। ਇਹ ਗੱਲ ਬੜੀ ਔਖੀ ਹੈ। ਇਹ ਗੱਲ ਬੜੀ ਘੁਮਾ ਕੇ ਮਾਰੀ ਹੋਈ ਹੈ ਤਾਂ ਸਿੱਧੇ ਜਿਹੇ ਲਫ਼ਜ਼। ਦੇਖਣ ਨੂੰ ਤਾਂ ਗੱਲ ਸਿੱਧੀ ਜਿਹੀ ਲੱਗਦੀ ਹੈ। ਇਹਦੀ ਬਹੁਤੀ ਵਿਆਖਿਆ ਗੁਰਬਾਣੀ ਨਹੀਂ ਮਿਲਦੀ। ਅੱਛਾ ਜੀ। ਇਸ ਪਾਠ ਦੀ ਗੁਰਬਾਣੀ ਦੀ ਕੋਈ ਪੰਕਤੀ ਨਹੀਂ ਮੇਰੇ ਕੋਲ ਜਿਹਦੀ ਮੈਂ ਮਿਸਾਲ ਦੇਣਾ ਇਹਦੀ। ਅੱਛਾ ਜੀ। ਡਾਇਰੈਕਟ ਮਿਸਾਲ ਨਹੀਂ ਦਿੱਤੀ ਜਾ ਸਕਦੀ। ਜੇ ਸਮਝ ਆਏਗੀ ਤਾਂ ਇਹ ਤਾਂ ਇਹ ਬੁੱਝਣ ਵਾਲੀ ਗੱਲ ਹੈ। ਅੱਛਾ ਜੀ। ਹਾਂ ਨਿਥਾਵੇਂ ਕੋ ਨਾਮ ਤੇਰਾ ਥਾਂ। ਜਿੰਨੇ ਲੋਕ ਸੰਸਾਰ ਜਿੰਨੇ ਸੰਸਾਰੀ ਨੇ ਸਾਰੇ ਨਿਥਾਵੇਂ ਨੇ। ਕਿਉਂ ਕਹਿੰਦਾ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ। ਜਿੰਨਾ ਚਿਰ ਮਨ ਪਰਦੇਸੀ ਹੈ ਸੰਸਾਰ ਚ ਦੇਸ਼ ਪਰਾਇਆ ਉਹਦਾ ਆਪਣਾ ਦੇਸ਼ ਨਹੀਂ ਹੈ। ਇਹ ਤੰਦ ਥਾਵਾਂ ਕੇ ਹੈ। ਨਥਾਵਾਂ ਨਹੀਂ ਲਫ਼ਜ਼ ਵਰਤਿਆ। ਸਭ ਦੇਸ਼ ਪਰਾਇਆ ਕਹਿੰਦਾ। ਹੈਲੋ ਹਾਂਜੀ ਹਾਂਜੀ। ਉਹਦਾ ਨਹੀਂ ਜੇ ਤਾਂ ਉਹਦਾ ਨਥਾਵਾਂ ਹੀ ਹੈ। ਹਾਂਜੀ। ਪਰ ਜੇ ਉਹਨੂੰ ਨਾਮ ਧਰ ਮਿਲ ਗਿਆ ਥਾਂ ਵਾਲਾ ਉੱਥੇ ਦਰਗਾਹ ਚਲਿਆ ਗਿਆ ਆਪਣੇ ਘਰ ਚਲਿਆ ਗਿਆ ਨਿੱਜ ਘਰ। ਜਿਹੜਾ ਨਾਮ ਵਾਲਾ ਨਿੱਜ ਘਰ ਦਾ ਵਾਸੀ ਹੋ ਜਾਂਦਾ ਥਾਂ ਵਾਲਾ ਹੋ ਜਾਂਦਾ। ਠੀਕ ਹੈ। ਨਿਥਾਵੇਂ ਕੋ ਨਾਮ ਤੇਰਾ ਥਾਂ। ਹਾਂ ਨਿਥਾਵੇਂ ਕੋ ਨਾਮ ਤੇਰਾ ਥਾਂ। ਹਾਂਜੀ। ਇਹਦਾ ਕੋਈ ਥਾਂ ਨਹੀਂ ਹੈ ਤੇਰਾ। ਉਹਦਾ ਨਾਮ ਹੈ ਤੇਰਾ ਥਾਂ। ਠੀਕ ਹੈ। ਉਹਦੇ ਵਾਸਤੇ ਤੇਰਾ ਇਹ ਨਾਮ ਮਿਲ ਜੂਗਾ। ਨਾਮ ਦੀ ਟੇਕ ਮਿਲ ਜੂਗੀ। ਸੱਚਖੰਡ ਚਲਾ ਜਾਊਗਾ। ਉਹਦਾ ਘਰੇ ਆਪਣੇ ਘਰੇ ਚਲਾ ਜਾਊਗਾ। ਠੀਕ ਹੈ। ਗਿਆਨ ਨਾਲ ਉਹਨੂੰ ਆਪਣਾ ਘਰ ਲੱਭ ਜੂਗਾ। ਉਹ ਚਲਾ ਜਾਊ। ਇਹ ਸੰਸਾਰ ਚ ਕੋਤੇ ਇਹਨੂੰ ਥਾਂ ਨਹੀਂ ਹੈ। ਇੱਥੇ ਸਾਰੇ ਥਾਵਾਂ ਹੀ ਨੇ ਸੰਸਾਰੀ ਜੀਵ ਨੇ ਜਿਹੜੇ। ਠੀਕ ਹੈ। ਜਿਹੜਾ ਸੱਚਖੰਡ ਚਲਾ ਗਿਆ ਆਪਣਾ ਘਰ ਚਲਿਆ ਥਾਂ ਵਾਲਾ ਹੈ। ਪ੍ਰਦੇਸ਼ ਦੇ ਵਿੱਚ ਥਾਵੇਂ। ਠੀਕ ਹੈ। ਹਾਂ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ। ਨਿਮਾਣਾ ਜਿਹਦਾ ਮਾਣ ਨਹੀਂ ਹੈ ਉਹਦਾ ਮਾਣ ਤੂੰ ਹੈ। ਇਹਦੇ ਤੇ ਮਾਣ ਨਹੀਂ ਹੈ ਉਹਨੂੰ। ਤੂੰ ਦਾ ਮਾਣ ਹੈ। ਤੂੰ ਮੇਰਾ ਮਾਣ ਨਿਮਾਣੀ। ਮੇਰੇ ਨਿਮਾਣੀ ਦਾ ਮਾਣ ਤੂੰ ਹੈ। ਹਾਂ ਠੀਕ ਹੈ ਜੀ। ਮਾਣ ਕੋਈ ਮਾਣ ਆਦਾ ਹੋਰ ਕੌਣ। ਠੀਕ ਹੈ। ਹਾਂਜੀ। ਸਗਲ ਘਟਾ ਤੇਰੇ ਘਰ ਇਹ ਦੁਨੀਆ ਦੇ ਵਿੱਚ ਉਹਦਾ ਮਾਣ ਨਹੀਂ ਹੈ। ਤੇਰੇ ਘਰ ਉਹਦਾ ਮਾਣ ਹੈ। ਤੂੰ ਉਹਨੂੰ ਮਾਣ ਦਿੰਦਾ ਜਿਹਨੂੰ ਸੰਸਾਰ ਮਾਣ ਦਿੰਦਾ। ਠੀਕ ਹੈ। ਹਾਂ ਤੇਰੋ ਮਾਣ। ਤੇਰਾ ਮਾਣ ਤਾਂ ਉਹਨੂੰ ਪ੍ਰਾਪਤ ਹੈ। ਤੂੰ ਤਾਂ ਉਹਨੂੰ ਮਾਣ ਦੇ ਰਿਹਾ ਨਾ ਦਵੇ ਦੁਨੀਆ। ਉਹਨੇ ਕੀ ਲੈਣਾ ਦੁਨੀਆ। ਠੀਕ ਹੈ। ਦੁਨੀਆ ਦਾ ਮਾਣ ਝੂਠਾ ਤੇਰਾ ਮਾਣ ਸੱਚਾ। ਦੁਨੀਆ ਦਾ ਮਾਣ ਚਾਰ ਦਿੰਦਾ ਸਭ ਦਿਨ ਵਿਚਾਰ ਕੇ ਕਹਿਣਾ ਅਵਿਨਾਸ਼ੀ ਰਾਜ। ਹਾਂਜੀ। ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ। ਕਰਨ ਕਰਾਵਣ ਹਾਰ ਸਗਲ ਘਟਾ ਕੇ ਅੰਤਰ ਜਾਮੀ। ਕਰਨ ਕਰਾਵਣ ਹਾਰ ਦਾ ਸੁਆਮੀ ਤੂੰ ਆਪ ਹੈ। ਤੇਰਾ ਹੁਕਮ ਚੱਲਦਾ ਹੈ। ਬੋਲਦਾ ਤੇਰੇ ਹੁਕਮ ਨਾਲ ਹੁੰਦਾ।
ਸਗਲ ਘਟਾਂ ਦੇ ਅੰਤਰਜਾਮੀ, ਸਾਰਿਆਂ ਦੇ ਹਿਰਦੇ ਦੀ ਅੰਦਰਲੀ ਗੱਲ ਤੂੰ ਜਾਣਦਾ। ਤੂੰ ਤਾਂ ਘੜ ਕੇ ਅੰਦਰ ਹੀ ਜਾਣਦਾ। ਇਸ ਕਰਕੇ ਜਿਹੜਾ ਮੈਂ ਕਿਹਾ ਉਤਲੀ ਗੱਲ ਕਹੀ ਹੈ, ਨਿਮਾਣੇ ਕੋ ਪ੍ਰਭ ਤੋਂ ਮੰਗਣ, ਇਹ ਮੈਂ ਕਿਹਾ ਨਹੀਂ, ਤੂੰ ਜਾਣਦਾ ਹੀ ਆ, ਬੋਲਣ ਦੀ ਲੋੜ ਨਹੀਂ ਹੈ ਮੈਨੂੰ। ਇਹ ਵੀ ਗੱਲ ਜਾਣਦਾ ਤੂੰ। ਮੈਂ ਕਹਿੰਦਾ ਲੋਕਾਂ ਨੂੰ ਮੈਨੂੰ ਖਬਰ ਹੈ ਇਸ ਗੱਲ ਤੇ ਵੀ ਤੇਰਾ ਤੂੰ ਮੈਨੂੰ ਮਾਰ ਦਿੰਦਾ, ਤੇਰੇ ਘਰ ਮੇਰਾ ਮਾਣ ਹੈ, ਸੰਸਾਰ ਦੇ ਮਾਣ ਦੀ ਮੈਨੂੰ ਲੋੜ ਹੈ। ਠੀਕ ਹੈ ਜੀ। ਹਾਂਜੀ, ਆਪਾਂ ਪਹਿਲਾਂ ਸਗਲ ਘਟਾ ਕੋ ਦੇਵੋ ਦਾਨ ਤਾਂ ਕੀ ਭਾਵ ਬਣਦਾ? ਸਾਰੇ ਜਿੰਨੇ ਨੇ ਨਾ ਘਟ ਹਿਰਦੇ, ਹਾਂਜੀ, ਤੇ ਜੀਵਨ 84 ਤੱਕ ਜੂਝਦੇ ਨਾ, ਸਾਰੇ ਹਿਰਦਿਆਂ ਦੇ ਵਿੱਚ ਦਾਨ ਤੂੰ ਦਿੰਦਾ ਗਿਆਨ ਦਾ। ਅੱਛਾ ਜੀ। ਸਾਡੇ ਹਿਰਦੇ ਨੂੰ ਮੈਂ, ਠੀਕ ਹੈ ਜੀ, ਸਾਰਿਆਂ ਦੀਆਂ ਪੌੜੀਆਂ ਤੂੰ ਚੜਾਉਣਾ, ਸਾਰਿਆਂ ਨੂੰ ਗਿਆਨ ਦੇ ਰਿਹਾ, ਸਾਰਿਆਂ ਨੂੰ ਗਿਆਨਵਾਨ ਕਰ ਲਿਆ, ਸਾਰਿਆਂ ਦੀ ਬੁੱਧੀ ਸਾਰਿਆਂ ਨੂੰ ਭਰ ਕੇ ਪੂਰਾ ਕਰ ਲਿਆ। ਠੀਕ ਹੈ ਜੀ। ਸਗਲ ਘਟਾ ਕੋ ਦੇਵੋ ਦਾਨ, ਹੁਣ ਦੇਖੋ ਇੱਕੋ ਗੁਰੂ ਹੈ, ਸਾਰਿਆਂ ਨੂੰ ਦਾਨ ਦੇ ਰਿਹਾ, ਉਹਦੀ ਗੱਲ ਕਰ ਰਹੇ ਹਾਂ। ਮੈਂ ਧਰਮ ਇਕੱਲਾ ਸਿੱਖਣ ਦਾ ਕਿਵੇਂ ਹੋ ਗਿਆ, ਮੈਨੂੰ ਸਮਝ ਨਹੀਂ ਉਹ ਗੱਲ ਕਰਦੇ ਨੇ। ਹੁਣ ਮੰਨਦੇ ਅਸੀਂ ਕਿਹੜਾ ਮੰਨਦੇ ਹੀ ਆ ਸਾਰੇ ਸਿੱਖ ਇਹਨਾਂ ਗੱਲਾਂ ਨੂੰ। ਜੇ ਹੋਰ ਲੋਕ ਨਹੀਂ ਮੰਨਦੇ ਤਾਂ ਉਹਨਾਂ ਨੂੰ ਕਿਵੇਂ ਕਹਿ ਦਈਏ ਵੀ ਉਹ ਸਿੱਖ ਨਹੀਂ? ਅਸੀਂ ਕਾਹਦੇ ਸਿੱਖਾਂ? ਮੰਨਦੇ ਅਸੀਂ ਵੀ ਨਹੀਂ ਮੰਨਦੇ, ਉਹ ਵੀ ਉਹਨਾਂ ਨੇ ਤਾਂ ਸੁਣੀ ਨਹੀਂ ਹੈ ਜੋ, ਅਸੀਂ ਤਾਂ ਸੁਣ ਕੇ ਨਹੀਂ ਮੰਨਦੇ। ਇੱਕ ਨੇ ਗੱਲ ਹੈ ਜੋ ਸੁਣੀ ਨਹੀਂ ਹੈ, ਉਹਨਾਂ ਨੂੰ ਤਾਂ ਕਹਿੰਦੇ ਨੇ ਸਿੱਖ ਨਹੀਂ। ਜਿਨ੍ਹਾਂ ਨੇ ਸੁਣ ਕੇ ਨਹੀਂ ਮੰਨਦੇ ਉਹਨਾਂ ਨੂੰ ਕਹਿੰਦੇ ਨੇ ਸਿੱਖ ਨੇ। ਤੁਸੀਂ ਗੁਨੀਆਂ ਨੂੰ ਦੱਸੋ ਤਾਂ ਸਹੀ, ਕਿੰਨੇ ਸਿੱਖ ਨਿਕਲਣਗੇ, ਕਿੰਨੇ ਫਿਰ ਸਾਡੇ ਵਰਗੇ ਰਹਿ ਜਾਣਗੇ? ਅਸੀਂ ਵੀ ਤਾਂ ਸੁਣ ਕੇ ਮੰਨੀ ਨਹੀਂ, ਸਾਡੇ ਵਰਗੇ ਨੇ ਉਹ ਘੱਟੋ ਘੱਟ ਸਾਡੇ ਵਰਗੇ ਤਾਂ ਹੈਗੇ ਹੀ, ਵੀ ਸੁਣ ਕੇ ਨਹੀਂ ਮੰਨਣਗੇ। ਤਾਂ ਉਹ ਵੀ ਘੱਟ ਨਹੀਂ ਹੈ, ਅਸੀਂ ਕਿਹੜਾ ਮੰਨਦੇ ਆ। ਹਾਂਜੀ, ਜਿਹੜਾ ਨਹੀਂ ਉਹਦਾ ਆਪਣਾ ਨੁਕਸਾਨ ਹੈ, ਸਾਡਾ ਕੀ ਹੈ। ਠੀਕ ਹੈ ਜੀ। ਹਾਂਜੀ, ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰਜਾਮੀ। ਸੁਆਮੀ ਤੋਂ ਕੀ ਭਾਵ ਬਣਦਾ ਜੀ? ਸੁਆਮੀ ਸਾਰਿਆਂ ਦਾ ਇੱਕੋ ਸ਼ਬਦ ਗੁਰੂ। ਅੱਛਾ, ਪਰਮੇਸ਼ਰ ਦੀ ਗੱਲ ਹੋ ਗਈ। ਮਾਲਕ ਦਾ ਉਹ ਸਾਰਿਆਂ ਘੜਾਂ ਨੂੰ ਤਾਂ ਉਹੀ ਦੇ ਸਕਦਾ ਹੈ। ਠੀਕ ਹੈ ਜੀ। ਉਹ ਤਾਂ ਇੱਕ ਘੜ ਨੂੰ ਦੇ ਸਕਦਾ, ਗੁਰਦੇਵ ਤਾਂ। ਹਾਂ, ਠੀਕ ਹੈ ਜੀ। ਹਾਂਜੀ, ਸਤਿਗੁਰ ਤੋਂ ਜੋ ਗੱਲ ਬੋਲੀ ਜਾਂਦੀ ਹੈ ਸਗਲ ਘਟਾ ਕੇ ਅੰਤਰਜਾਮੀ ਵਾਲੀ, ਇਹ ਸਤਿਗੁਰ ਨੇ ਬੁਲਵਾਈ ਹੈ ਫਿਰ ਆਦਮੀ ਤੋਂ। ਠੀਕ ਹੈ ਜੀ। ਇਹ ਉੱਥੇ ਹੀ ਆਈ ਹੋਈ ਹੈ। ਫਿਰ ਵੀ ਪੇੜ ਪੌਦਿਆਂ ਨੂੰ ਨਹੀਂ ਨਾ ਦੇ ਸਕਦੇ ਅਸੀਂ ਗਿਆਨ। ਠੀਕ ਹੈ। ਹਾਂਜੀ, ਆਪਣੀ ਗਤ ਮਿਤ ਜਾਣੋ ਆਪੇ, ਆਪਨ ਸੰਗ ਆਪ ਪ੍ਰਭ ਰਾਤੇ। ਆਪਣੀ ਗਤ ਮਿਤ ਜਾਣੋ ਆਪੇ, ਉਹ ਆਪਣੀ ਗਤ ਮਿਤ ਆਪੇ ਹੀ ਜਾਣਦਾ। ਆਪਣੀ ਗਤੀ ਔਰ ਆਪਣੀ ਮਿਤੀ, ਤੇਰੇ ਮਨ ਵਿੱਚ ਕੀ ਹੈ ਔਰ ਤੂੰ ਕੀ ਕਰ ਰਹੇ ਜੋ ਚੱਲ ਰਿਹਾ ਹੈ ਗਤੀਸ਼ੀਲ ਸੰਸਾਰ, ਇਹ ਅਗਲੇ ਸਕਿੰਟ ਕੀ ਹੋ ਜਾਣਾ ਇਹਦੇ ਬਾਰੇ ਕਿਸੇ ਨੂੰ ਪਤਾ ਨਹੀਂ। ਇਸ ਤੋਂ ਬਾਅਦ, ਇਸ ਤੋਂ ਬਗੈਰ ਤੇਰੀ ਗਤੀ, ਤੇਰੇ ਪ੍ਰੋਗਰਾਮ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਤੇਰੇ ਮਨ ਵਿੱਚ ਗਾਣ ਵਾਸਤੇ ਕੱਲ ਨੂੰ ਕੀ ਹੈ ਇਹ ਵੀ ਕਿਸੇ ਨੂੰ ਨਹੀਂ ਪਤਾ। ਜੋ ਕਰ ਰਹੇ ਹੈ ਔਰ ਕਰੇਗਾ, ਜੋ ਕਰੇਗਾ ਉਹ ਮਿੱਟੀ ਹੈ, ਜੋ ਕਰ ਰਹੇ हैं वो गति है। जो तू कर रहे हैं वो गत है, जो करेगा वो तेरी मिट्टी है। ये तू आप ही जानता। ठीक है, को जानता। हाँ जी, आपन संग आप प्रभ राते, आप प्रभ आप प्रभ राते, अपने संग आपने रब तू आप रम्या रहते।
ਆਪਣੇ ਆਪ ਨਾਲ ਜੁੜਿਆ ਰਹਿਣਾ, ਕਿਸੇ ਤੋਂ ਸਲਾਹ ਸਲੂਹ ਨਹੀਂ ਮੰਗਦਾ, ਆਪਣੀ ਮਰਜ਼ੀ ਕਰੀ ਜਾਂਦਾ ਬਸ। ਜੋ ਤੇਰੀ ਮਰਜ਼ੀ ਉਹ ਕਰੀ ਜਾਂਦਾ, ਆਪਣੇ ਆਪ ਦੇ ਪਿੱਛੇ ਮਸਤ ਹੈ ਤੂੰ। ਹਾਂਜੀ ਪ੍ਰਭ ਕਿਉਂ ਕਿਹਾ ਫਿਰ ਇੱਥੇ? ਆਪਨ ਸੰਗ ਆਪ ਪ੍ਰਭ ਰਾਤੇ। ਪ੍ਰਭ ਜਿਹੜਾ ਬੋਲਦਾ ਨਾ, ਬਾਪ ਬੋਲਦਾ, ਬਾਪ ਦਾ ਬਾਪ, ਉਹਦੇ ਵਾਸਤੇ ਪ੍ਰਭ ਹੈ। ਅੱਛਾ ਜੀ। ਜਦ ਬਾਪ ਬੋਲਦਾ ਹੈ, ਬਾਪ ਉਹ ਪ੍ਰਭ ਵੀ ਕਹਿ ਸਕਦਾ ਹੈ। ਜਦ ਥੱਲੇ ਵਾਲਾ ਬੋਲੂਗਾ ਪ੍ਰਭੂ ਕਹੂਗਾ। ਠੀਕ ਹੈ। ਹਾਂਜੀ। ਤੁਮਰੀ ਉਸਤਰ ਤੁਮਤੇ ਹੋਏ, ਨਾਨਕ ਅਵਰ ਨਾ ਜਾਣਸ ਕੋਈ। ਤੁਮਰੀ ਉਸਤਤ ਇਸ ਕਰਕੇ, ਜਦ ਤੇਰੀ ਕਿਸਮਤ ਨਹੀਂ ਕੋਈ ਜਾਣਦਾ, ਫਿਰ ਤੇਰੀ ਉਸਤਤ ਕਿਵੇਂ ਕਰ ਦੂੰ? ਇਸ ਕਰਕੇ ਜਿਹੜੀ ਉਸਤਤ ਕਰਾਈ ਹੈ ਨਾ, ਅਸੀਂ ਕੀਤੀ ਹੈ। ਹਾਂਜੀ। ਅਸਲ ਵਿੱਚ ਕੀਤੀ ਹੈ, ਐ ਕਰਾਈ ਹੈ, ਕੀਤੀ ਇੱਕੋ ਗੱਲ। ਠੀਕ ਹੈ। ਨਾਨਕ ਅਵਰ ਨਾ ਜਾਣ ਕੋਈ, ਹੋਰ ਤਾਂ ਕੋਈ ਜਾਣਦਾ ਹੀ ਨਹੀਂ। ਜੋ ਤੈਨੇ ਉਸਤਤ ਕਰਾਈ ਹੈ, ਜੋ ਤੈਂ ਬੁਲਾਇਆ, ਅਸੀਂ ਬੋਲ ਦਿੱਤਾ। ਪਹਿਲਾਂ ਅਸੀਂ ਵੀ ਨਹੀਂ ਜਾਣਦੇ ਤੇਰੀ ਕਿਸਮਤ, ਕੁਝ ਨਹੀਂ, ਕੋਈ ਨਹੀਂ ਜਾਣਦਾ। ਕਿਸਮਤ ਵਾਲੀ ਗੱਲ ਅਸੀਂ ਕਹੀ ਵੀ ਕੋਈ ਨਹੀਂ ਹੈ। ਇੱਛਾ ਵੀ ਨਹੀਂ ਸਾਡੀ ਕਹਿਣ ਦੀ। ਠੀਕ ਹੈ। ਆ ਜਿਹੜੀ ਉਸਤਤ ਕੀਤੀ ਹੈ, ਅਸੀਂ ਜੋ ਕੁਝ ਕਿਹਾ ਕਿ ਅਸੀਂ ਨਹੀਂ ਕਹੀ ਹੈ, ਮੁਕਤੀ ਉਸਤਤ ਤੁਮਤੇ ਹੋਏ। ਇੱਕ ਦੀ ਉਸਤਤ ਜਦ ਹੁੰਦੀ ਹੈ ਨਾ, ਜਿਹੜਾ ਇੱਕ ਹੋ ਜਾਂਦਾ ਉਹੀ ਗੱਲ। ਠੀਕ ਹੈ। ਆ ਤੁਮਰੀ ਤੁਮਤੇ ਹੋਏ ਹੀ ਹੈ। ਉਸੇ ਅਵਸਥਾ ਵਾਲਾ ਆਦਮੀ ਹੋਣਾ ਚਾਹੀਦਾ ਜਿੱਦੋਂ ਤੂੰ ਉਸਤਤ ਕਰਾਉਣਾ। ਉਹ ਵੀ ਕਿਸੇ ਉਹਦੇ ਬੁੱਧੀ ਦੇ ਨੇੜੇ ਤੇੜੇ ਦੀ ਬੁੱਧੀ ਚਾਹੀਦੀ ਆ ਉਹਦੀ। ਠੀਕ ਹੈ। ਨਹੀਂ ਤਾਂ ਹੋਰੇ ਕੁਛ ਕਹਿ ਦੂਗਾ, ਉਹ ਤੈਨੂੰ ਕੁਛ ਹੋਰ ਕਹਿਣਾ, ਸਮਝ ਲੈਣਾ ਹੋਰ ਕੁਛ। ਫੇਰ ਵੀ ਸਾਵਧਾਨ ਪੁੱਤਰ ਨੂੰ ਕਹੀਏ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਐਸੜਾ ਕਰੀ ਗਿਆਨ ਵੇ ਲਾਲੋ। ਲਾਲੋ ਮਨ ਨੂੰ ਕਿਹਾ ਹੋਇਆ। ਹਾਂ ਫਿਰ ਦੇਖੀ, ਧਿਆਨ ਨਾਲ ਸੁਣ ਕੇ ਗੱਲ ਕਹੀਗਾ। ਦੁੱਧ ਬਣਾ ਕੇ ਤਾਂ ਦੇਣਾ ਮੱਖਣ ਦਾ, ਪਰ ਬੜੇ ਧਿਆਨ ਨਾਲ ਬਣਾਉਣ ਦੀ ਲੋੜ ਹੈ। ਇਹ ਕਿਤੇ ਵਿੱਚ ਕੁਝ ਹੋਰ ਨਾਲ ਰਲ ਜਾ, ਕਿਤੇ ਦੁੱਧ ਫਟ ਜਾਵੇ। ਫਟੇ ਦੁੱਧ ਦਾ ਕੁਝ ਨਹੀਂ ਬਣਦਾ, ਉਹ ਮੱਖਣ ਨਹੀਂ ਨਿਕਲਦਾ ਹੁੰਦਾ ਫਿਰ। ਠੀਕ ਹੈ। ਹਾਂਜੀ। ਸਰਬ ਧਰਮ ਮੈਂ श्रेष्ठ धर्म, हर को नाम जप निर्मल कर्म। ਸਰਬ ਧਰਮ ਮੈਂ श्रेष्ठ ਧਰਮ, ਦੁਨੀਆ 'ਚ ਜਿੰਨੇ ਵੀ ਧਰਮ ਮੰਨੇ ਜਾਂਦੇ ਨੇ, ਉਹਦਾ ਧਰਮ ਕੋਈ ਹੈ। ਠੀਕ ਹੈ। ਬਾਕੀ ਰੂਪ ਵਿਗਾੜ ਕੇ ਲੋਕਾਂ ਨੇ ਧਰਮ ਬਣਾ ਲਏ ਆਪਣੇ। ਉਹ ਧਰਮ ਇੱਕ ਜਿਹੜਾ ਹੈਗਾ ਉਹ ਸੱਚ ਧਰਮ। ਠੀਕ ਹੈ। ਸੱਚ 'ਚ ਕਮੀ ਜ਼ਿਆਦਾ ਆ ਗਈ, ਧਰਮ ਡੋਟ ਬਣ ਗਏ। ਜਿੰਨੀ ਕਮੀ ਆਉਂਦੀ ਗਈ ਉਹਦੇ ਧਰਮ ਹੋਰ ਬਣਦੇ ਗਏ। ਠੀਕ ਹੈ। ਸਭ ਧਰਮ में श्रेष्ठ धर्म, ਇਸ ਧਰਮ ਜਿਹੜਾ ਸੱਚ ਧਰਮ ਦਾ श्रेष्ठ ਹੈ। ਜਿੰਨੀ ਕਮੀ ਆਉਂਦੀ ਗਈ ਫਿਰ ਉਹ ਘਟੀਆ ਨੇ। ਠੀਕ ਹੈ। ਨਿਰੋਲ ਸੱਚ ਧਰਮ ਜਿਹੜਾ ਉਹ श्रेष्ठ ਹੈ। ਨਿਰੋਲ ਸੱਚ ਦਾ ਜਿਹੜਾ ਗਿਆਨ ਕਰਾਉਂਦਾ ਧਰਮ ਉਹ श्रेष्ठ ਹੈ। ਉਹ ਗੁਰਮਤਿ ਦੇ ਬਿਨਾਂ ਕੋਈ ਕਰਾਏ ਨਹੀਂ। ਹਰ ਕੋ ਨਾਮ ਜਪ ਨਿਰਮਲ ਕਰਮ, ਉਹਦੇ ਚ ਕੀ ਹੈ? ਕੀ ਧਰਮ? ਹਰ ਕੋ ਨਾਮ ਜਪ, ਹਰ ਕਾ ਗਿਆਨ ਜਾਣ, ਹਰ ਨੂੰ ਜਾਣ, ਹਰ ਨੂੰ ਸਮਝ, ਹਰ ਕੀ ਹੈ? ਹਰ ਹਿਰਦੇ ਵਾਹੇ ਹੈ, ਹਿਰਦੇ ਵਾਲੇ ਹਰ ਨੂੰ ਸਮਝ ਕੀ ਹੈ? ਉਹਦੇ ਨਾਲ ਸੰਪਰਕ ਕਰ, ਉਹਦੀ ਸ਼ਰਨ ਵਿੱਚ ਜਾ, ਉਹਦੀ ਗੱਲ ਸੁਣ, ਉਹਦੀ ਗੱਲ ਬੁੱਝ, ਉਹਦੇ ਅਨੁਸਾਰ ਚੱਲ। ਇਹ ਹੈ ਹਰ ਜਪ। ਹਰ ਕੋ ਨਾਮ ਜਪ ਨਿਰਮਲ ਕਰਮ, ਇਹੀ ਨਿਰਮਲ ਕਰਮ।
ਇਹਦੇ ਨਾਲ ਕਰਮ ਦੀ ਮਲੀਨਤਾ। ਕਰਮ ਕੀ ਹੈ? ਕਰਮ ਤੇਰੀ ਸੋਚ। ਜੋ ਸੋਚ ਹੈ ਇਹਦੇ ਦਾ ਕਰਮ। ਸੋਚ ਦੇ ਵਿੱਚੋਂ ਮਲੀਨਤਾ ਖਤਮ ਹੋ ਜੂ। ਤਾਂ ਸੋਚਦਾ ਹੀ ਭੈੜਾ ਨਹੀਂ ਤਾਂ ਕਰਿਆ ਕਿਉਂ ਭੈੜਾ? ਜਿੰਨਾ ਚਿਰ ਸੋਚ ਵਿੱਚੋਂ ਮਲੀਨਤਾ ਨਹੀਂ ਖਤਮ ਹੁੰਦੀ ਉਹਨਾਂ ਚਿਰ ਕਰਮ ਚੋਂ ਮਲੀਨਤਾ ਚਾਹੇ ਨਹੀਂ ਸਕਦੀ। ਜਿੰਨਾ ਚਿਰ ਸੋਚ ਵਿੱਚ ਮਲੀਨਤਾ ਹੈ ਕਰਨੀ ਵਿੱਚ ਉਹਨਾਂ ਚਿਰ ਮਲੀਨਤਾ ਰਹੂਗੀ। ਸਵਾਲ ਇਹ ਪੈਦਾ ਹੁੰਦਾ ਕਰਨੀ ਦੇ ਵਿੱਚ ਮਲੀਨਤਾ ਖਤਮ ਹੋ ਜਾਏ ਤੇ ਸੋਚ ਵਿੱਚ ਮਲੀਨਤਾ। ਇਸ ਕਰਕੇ ਪਿੱਛੋਂ ਬੰਨ੍ਹਣ ਆਇਆ ਉਹਨਾਂ ਦੇ ਗੁਰਦੁਆਰੇ ਤੇ ਸੋਚ ਵਿੱਚ ਮਲੀਨਤਾ। ਸੋਚ ਵਿੱਚ ਮਲੀਨਤਾ ਨਹੀਂ ਹੈ ਕਰਮ ਚ ਮਲੀਨਤਾ ਕਰਤੂਤ ਚ ਮਲੀਨਤਾ ਕਿਵੇਂ ਹੋ ਜੂਗੀ? ਠੀਕ ਹੈ। ਇਹਨੂੰ ਕਹਿੰਦਾ ਕਬੀਰ ਗੁਰਦੁਆਰੇ ਬੰਦ। ਤਾਂ ਮਲੀਨਤਾ ਸ਼ੁਰੂ ਹੋਣੀ ਹੈ ਕਰ ਉੱਥੇ ਹੀ ਰੋਕੋ, ਪਿੱਛੋਂ ਜਾ ਕੇ ਰੋਕੋ। ਹਾਂਜੀ। ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗੀ ਦੁਰਮਤ ਮਲ ਹਿਰਿਆ। ਸਾਰੀ ਜਿਹੜੀ ਕਿਰਿਆ ਹੈ ਧਰਮ ਦੀ ਕਿਰਿਆ ਵੀ ਹੁੰਦੀ ਹੈ। ਉਹ ਸਾਰੀ ਕਿਰਿਆ ਦੇ ਵਿੱਚ ਉੱਤਮ ਕਿਰਿਆ ਕੀ ਹੈ? ਸਾਧ ਦੀ ਸੰਗਤ। ਤੁਹਾਨੂੰ ਸਾਧ ਕੇ ਆਪਣੇ ਮੂਲ ਨਾਲ ਜੋੜ ਕੇ ਰੱਖਣਾ। ਦੁਰਮਤੀ ਬਹਿਲ ਅੰਦਰੋਂ ਦੇਣੀ ਹੈ ਤੇ ਦੁਰਮਤੀ ਬਹਿਲ ਧੋ ਦੇਣੀ। ਮਨ ਵਿੱਚ ਪਾਪ ਧੋ ਕੇ ਕੱਢ ਦੇਣੇ। ਪਾਪ ਕੱਢੇ ਧੋਏ ਨਾਨਕ ਬਖਾਨੇ ਬੇਨਤੀ ਜੇ ਸੱਚ ਪੱਲੇ ਹੋਏ। ਜੇ ਸੱਚ ਨੂੰ ਜਾਣਨਾ ਕਿਤਾਬਰ ਜਾਣੀਏ ਜੇ ਸੱਚ ਪੱਲੇ ਹੋਏ। ਕੂੜ ਕੀ ਮਲ ਉਤਰੇ ਮਨ ਕਰੇ ਅੱਛਾ ਧੋਏ। ਸੱਚ ਦਾ ਅਮਰ ਜਾਣੀਏ ਜੇ ਸੱਚ ਧਰੇ ਪਿਆਰ। ਇਹ ਸਭ ਗੱਲਾਂ ਕਿਉਂ ਕਹੀਆਂ ਸੀ? ਇਹੀ ਗੱਲ ਹੈ ਇਹਦੀ। ਹਾਂਜੀ। ਸਗਲ ਉਦਮ ਹੈ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ। ਸਗਲ ਉਦਮ ਹੈ ਉਦਮ ਭਲਾ। ਜਿੰਨੇ ਵੀ ਉਦਮ ਨੇ ਉਦਮ ਚੰਗਾ ਸਾਰਿਆਂ ਨੂੰ। ਹਰ ਕਾ ਨਾਮ ਜਪ। ਹਰ ਕਾ ਨਾਮ ਜਪੋ ਜੀ ਸਦਾ। ਇਹ ਉਦਮ ਚ ਲੱਗੇ ਰਹੋ ਨਾਮ ਜਪਣ। ਇਹੀ ਉਦਮ ਹੈ। ਇਹ ਉਦਮ ਹੀ ਕਰਮ ਹੈ ਸਾਡਾ। ਕਰਮ ਨੂੰ ਉਦਮ ਕਿਹਾ ਹੋਇਆ। ਜੇ ਕੁਝ ਕਰਨਾ ਤਾਂ ਕਰਦੇ ਰਹੋ। ਹਾਂਜੀ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ। ਸਗਲ ਬਾਣੀ ਜਿੰਨੀਆਂ ਵੀ ਬਾਣੀਆਂ ਨੇ, ਜਿੰਨੇ ਵੀ ਗ੍ਰੰਥ ਨੇ, ਜਿੰਨੇ ਵੀ ਲੋਕਾਂ ਦੇ ਮੁਕਤਲ ਨੇ, ਵੱਖ-ਵੱਖ ਧਰਮਾਂ ਦੇ ਵੱਖ-ਵੱਖ ਗ੍ਰੰਥ ਨੇ, ਵੱਖ-ਵੱਖ ਬਾਣੀਆਂ ਦੇ ਵੱਖ-ਵੱਖ ਉਪਦੇਸ਼ ਨੇ। ਸਗਲ ਬਾਣੀਆਂ ਦੇ ਵਿੱਚੋਂ ਉੱਤਮ ਬਾਣੀ ਕਿਹੜੀ ਹੈ? ਅੰਮ੍ਰਿਤ ਬਾਣੀ ਕਿਹੜੀ ਹੈ? ਹਾਂ। ਹਰ ਕੋ ਜਸ ਸੁਣਾ ਸੁਣੀ ਰਸਨ ਬਖਾਨੀ। ਹਰ ਕੋ ਜਸ ਸੁਣੀ। ਹਰ ਕਾ ਜਸ ਸੁਣ ਕੇ ਜਿਹਨੇ ਬੋਲਿਆ ਹੋਵੇ ਨਾ, ਸੁਣਿਆ ਸਿੱਧਾ ਦਰਗਾਹ ਤੋਂ ਹੋਵੇ ਤੇ ਬੋਲਿਆ ਮੂੰਹ ਨਾਲ ਫਿਰ ਬਾਅਦ ਚ ਹੋਵੇ। ਸੁਣ ਕੇ ਬੋਲਿਆ ਹੋਵੇ ਜੋ। ਹਰ ਕੋ ਜਸ ਸੁਣਿਆ ਹਰ ਕੋ ਨਾਮ ਸੁਣੇ। ਕੋਈ ਗੱਲ ਹੈ ਤੁਮ ਵੀ ਉਸ ਤੁਮਤੇ ਹੋਏ ਆ ਨਾ। ਜਸ ਤਾਂ ਲਿਖਤਾ ਇੱਥੇ। ਉਹ ਉਸਤਤ ਆਪਣੀ ਤਾਂ ਆਪੇ ਕਰਾਈ ਹੈ ਨਾ। ਹਰ ਕਾ ਜਸ ਸੁਣਿਆ ਬੋਲਿਆ। ਹਰ ਕੋ ਨਾਮ ਜਸ ਸੁਣ ਰਸਨ ਬਖਾਣੀ। ਫੇਰ ਕਹਾਂ ਬੋਲਿਆ। ਫਿਰ ਵਿਖਿਆਨ ਕੀਤਾ। ਪਹਿਲਾਂ ਸੁਣਿਆ। ਸੁਣਿਆ ਬਿਨਾਂ ਕੰਨਿਆ ਤੇ ਬੋਲਿਆ ਦੂਰ ਨਾਲ। ਹਾਂਜੀ। ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜਹ ਘਟ ਵਸੈ ਹਰ ਨਾਮ। ਥਾਨ ਤੇ ਉੱਤਮ ਥਾਨ। ਜਿੰਨੇ ਵੀ ਥਾਨ ਨੇ, ਜਿੰਨੇ ਵੀ ਅਵਸਥਾਵਾਂ ਨੇ, ਉਹ ਉੱਤਮ ਥਾਨ ਹੈ। ਉੱਤਮ ਅਵਸਥਾ ਕੀ ਹੈ? ਜੇ ਘਟ ਵਸੇ ਹਰ ਨਾਮ। ਜਦੋਂ ਹਿਰਦੇ ਚ ਨਾਮ ਦਾ ਵਾਸਾ ਹੋ ਗਿਆ ਉਦੋਂ ਉੱਚਾ ਥਾਨ ਕੋਈ, ਉਦੋਂ ਉੱਚੀ ਅਵਸਥਾ ਕੋਈ ਨਹੀਂ ਹੈ। ਸਭ ਤੋਂ ਉੱਚੀ ਅਵਸਥਾ ਹੈ ਹਿਰਦੇ ਚ ਨਾਮ ਦਾ ਟਿਕ ਜਾਣਾ। ਹਿਰਦੇ ਚ ਨਾਮ ਦਾ ਟਿਕ ਜਾਣਾ, ਮਨ ਦਾ ਟਿਕ ਜਾਣਾ। ਜੇ ਬਸੇ ਹਰ ਨਾਮ। ਠੀਕ ਹੈ ਜੀ।
ਹਾਂ